ਸਤਿ ਸ਼੍ਰੀ ਅਕਾਲ, ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਨ ਪੰਜਾਬ ਐਗਜ਼ਾਮਸ ਰਿਜ਼ਲਟ ਗੁਰੂ। ਤੇ ਕੱਲ੍ਹ ਦੀ ਆਪਾਂ ਕਲਾਸ 'ਚ ਕੀਤੀ ਸੀਗੀ ਕਾਰਬੋਹਾਈਡਰੇਟਸ ਬਾਰੇ ਪੜ੍ਹਿਆ ਸੀਗਾ ਆਪਾਂ, ਕਾਰਬੋਹਾਈਡਰੇਟਸ ਬਾਰੇ ਡਿਟੇਲ ਡਿਸਕਸ਼ਨ ਕੀਤੀ ਸੀਗੀ। ਤੇ ਅੱਜ ਆਪਣੇ ਕੋਲੇ ਜਿਹੜੀ ਆ ਸਲਾਈਡ ਹੈਗੀ ਆ ਉਹ ਸਾਰੀ ਦੀ ਸਾਰੀ ਪਿਛਲੀ ਕਲਾਸ ਦੇ ਨਾਲ ਰਿਲੇਟਡ ਹੈਗੀ ਆ। ਤੇ ਅੱਜ ਦੀ ਕਲਾਸ ਵਿੱਚ ਆਪਾਂ ਇਹ ਵੀ ਦੇਖਾਂਗੇ ਕਿ ਆਪਾਂ ਕਰਨ ਕੀ ਵਾਲੇ ਆ ਨਾ। ਪਹਿਲਾਂ ਚੀਜ਼ ਪਤਾ ਹੋਣੀ ਚਾਹੀਦੀ, ਪੜ੍ਹ ਕੇ ਲਿਆ ਤੇ ਹੁਣ ਕਰਨ ਕੀ ਵਾਲੇ ਆ, ਕਿ ਦੋਨੋਂ ਚੀਜ਼ਾਂ ਪਤਾ ਹੋਣੀ ਚਾਹੀਦੀਆਂ। ਕਹਿੰਦੇ ਪਿਛਲੀ ਵਾਲੀ ਚੀਜ਼ ਵੀ ਤੁਹਾਨੂੰ ਯਾਦ ਹੋਣੀ ਚਾਹੀਦੀ, ਅਗਲੇ ਵਾਲੀ ਚੀਜ਼ ਵੀ ਤੁਹਾਨੂੰ ਯਾਦ ਹੋਣੀ ਚਾਹੀਦੀ ਆ। ਹੁਣ ਪਿੱਛੇ ਆਪਾਂ ਪੜ੍ਹ ਕੇ ਹਟੇ ਸੀ ਕਾਰਬੋਹਾਈਡਰੇਟਸ, ਮਿਠਾਸ ਬਾਰੇ ਗੱਲਾਂ ਕੀਤੀਆਂ ਸੀ ਆਪਾਂ, ਬਹੁਤ ਸਾਰੀ ਮਿਠਾਸ ਬਾਰੇ ਗੱਲਾਂ ਕੀਤੀਆਂ ਸੀਗੀਆਂ। ਤੇ ਮਿਠਾਸ ਨਾਲ ਗੱਲ ਕਰਨ ਤੋਂ ਸਮਝ ਆਇਆ ਆਪਾਂ ਨੂੰ ਕਾਰਬੋਹਾਈਡਰੇਟਸ ਕਾਹਦੇ ਬਣੇ ਹੁੰਦੇ, ਐਲਡੀਹਾਈਡ ਤੇ ਕੀਟੋਨਸ ਦੇ ਬਣੇ ਹੁੰਦੇ, ਜਿਹੜੇ ਆਪਣੇ ਇੱਥੇ ਲਿਖੇ ਹੋਏ ਐਲਡੀਹਾਈਡ ਤੇ ਕੀਟੋਨਸ ਦੇ। ਫਿਰ ਆਪਾਂ ਸਭ ਤੋਂ ਪਹਿਲਾਂ ਆਏ ਸੀ ਮੋਨੋਸੈਚਰਾਈਡਸ ਵਿੱਚ ਆਏ ਸੀ। ਮੋਨੋਸੈਚਰਾਈਡਸ ਵਿੱਚ ਆਪਾਂ ਕੀ ਕੀਤਾ, ਸੁਕਰੋਜ਼ ਬਾਰੇ ਗੱਲ ਕੀਤੀ ਸੀਗੀ। ਆਪਾਂ ਗੱਲ ਕਰਦੇ ਸੀ ਗਲਿਸਰ ਐਲਡੀਹਾਈਡ। ਗਲਿਸਰ ਐਲਡੀਹਾਈਡ ਸਭ ਤੋਂ ਜ਼ਿਆਦਾ ਸਧਾਰਨ ਐਲਡੀਹਾਈਡ ਹੈਗਾ, ਉਹਨੂੰ ਕੀ ਕਹਿੰਦੇ ਆਪਾਂ ਮੋਨੋਸੈਚਰਾਈਡ ਵਿੱਚ ਆ ਗਿਆ। ਫਿਰ ਆਪਾਂ ਗਲੂਕੋਜ਼ ਦੀ ਗੱਲ ਕੀਤੀ ਸੀ, ਗਲੂਕੋਨ ਡੀ ਦੀ ਗੱਲ ਕੀਤੀ ਸੀਗੀ। ਤੇ ਗਲੂਕੋਜ਼ ਨੂੰ ਆਪਾਂ ਕੀ ਹੈ ਡੈਕਸਟਰੋਜ਼ ਵੀ ਬੋਲਦੇ ਹਾਂ, ਗ੍ਰੇਪ ਸ਼ੂਗਰ ਵੀ ਬੋਲਦੇ ਹਾਂ, ਜਾਂ ਆਪਾਂ ਕੌਰਨ ਸ਼ੂਗਰ ਵੀ, ਜਿਹੜੇ ਮੱਕੀ ਦੇ ਵਿੱਚ ਸ਼ੂਗਰ ਪਾਈ ਜਾਂਦੀ ਹੈਗੀ ਆ, ਉਹ ਬੋਲਦੇ ਹਾਂ। ਫਿਰ ਆਪਾਂ ਰਾਈਬੋਜ਼ ਬਾਰੇ ਗੱਲ ਕੀਤੀ ਸੀ। ਜਿਹੜੀ ਰਾਈਬੋਜ਼ ਹੈਗਾ ਉਹਨੂੰ ਕੀ ਆ ਆਰਐਨਏ ਵਿੱਚ ਆਪਾਂ ਗੱਲ ਕੀਤੀ ਸੀਗੀ। ਆਰਐਨਏ ਨੂੰ ਆਪਾਂ ਕੀ ਬੋਲਦੇ ਹਾਂ, ਰਾਈਬੋਜ਼ ਨਿਊਕਲਿਕ ਐਸਿਡ ਵੀ ਬੋਲਦੇ ਹੈ, ਠੀਕ ਹੈ। ਫਿਰ ਆਪਾਂ ਡੀਐਨਏ ਬਾਰੇ ਗੱਲ ਕੀਤੀ ਸੀ। ਡੀਐਨਏ ਨੂੰ ਆਪਾਂ ਕੀ ਬੋਲਦੇ, ਡੀਆਕਸੀ ਰਾਈਬੋਜ਼ ਨਿਊਕਲਿਕ ਐਸਿਡ ਵੀ ਬੋਲਦੇ। ਤੇ ਡੀਐਨਏ ਦਾ ਸਟਰਕਚਰ ਦਿੱਤਾ ਸੀਗਾ ਵਾਟਸਨ ਐਂਡ ਕ੍ਰਿਕ ਨੇ। ਫਿਰ ਆਪਾਂ ਓਲੀਗੋਸੈਚਰਾਈਡਸ ਦੀ ਗੱਲ ਕੀਤੀ ਸੀ। ਓਲੀਗੋਸੈਚਰਾਈਡਸ ਹੈਗੇ ਜਿਹੜੇ 2 ਤੋਂ ਲੈ ਕੇ 9 ਤੱਕ ਸੈਚਰਾਈਡਸ ਆਪਣੇ ਪਾਏ ਜਾਂਦੇ ਆ ਨਾ। ਫਿਰ ਆਪਾਂ ਇਹ ਚੀਜ਼ ਗੱਲ ਕੀਤੀ ਸੀ, ਸੁਕਰੋਜ਼ ਕੀ ਹੈਗਾ, ਸੁਕਰੋਜ਼ ਹੈਗਾ ਜਿਹੜੇ ਗੰਨੇ ਵਿੱਚ ਪਾਇਆ ਜਾਂਦਾ ਹੈ ਨਾ। ਗੰਨੇ ਵਿੱਚ ਜਿਹੜੀ ਸ਼ੂਗਰ ਪਾਈ ਜਾਂਦੀ ਹੈ, ਗੰਨੇ ਵਿੱਚ ਜਿਹੜਾ ਕਾਰਬੋਹਾਈਡਰੇਟ ਪਾਈ ਜਾਂਦੀ, ਸ਼ੂਗਰ ਪਾਈ ਜਾਂਦੀ, ਸ਼ੱਕਰ ਪਾਈ ਜਾਂਦੀ ਹੈ, ਉਹਨੂੰ ਕੀ ਕਹਿੰਦੇ ਸੁਕਰੋਜ਼ ਕਿਹਾ ਜਾਂਦਾ ਹੈ। ਤਾਂ ਸੁਕਰੋਜ਼ ਨੂੰ ਆਪਾਂ ਕੇਨ ਸ਼ੂਗਰ ਵੀ ਬੋਲਦੇ ਹਾਂ, ਟੇਬਲ ਸ਼ੂਗਰ ਵੀ ਬੋਲਦੇ ਹਾਂ। ਤੇ ਇਹ ਬਣੀ ਕਾਹਦੀ ਹੁੰਦੀ ਹੈ, ਗਲੂਕੋਜ਼ ਤੇ ਫਰਕਟੋਜ਼ ਦੀ ਬਣੀ ਹੁੰਦੀ ਹੈ, ਠੀਕ ਹੈ। ਇਹ ਵੀ ਸਿੱਧਾ ਐਗਜ਼ਾਮ 'ਚ ਕੁਐਸਚਨ ਆਉਂਦਾ ਹੈ ਕਿ ਸੁਕਰੋਜ਼ ਕਾਹਦਾ ਬਣਿਆ ਹੁੰਦਾ। ਫਿਰ ਉੱਥੇ ਸਾਰੇ ਇੱਕੋ ਜਿਹੇ ਲੱਗਣਗੇ ਨਾ। ਫਿਰ ਆਪਾਂ ਗੱਲ ਕਰਦੇ ਹਾਂ ਲੈਕਟੋਜ਼ ਦੀ, ਠੀਕ ਹੈ। ਲੈਕਟੋਜ਼ ਨੂੰ ਕੀ ਕਹਿੰਦੇ, ਮਿਲਕ ਸ਼ੂਗਰ ਵੀ ਬੋਲਦੇ ਹਾਂ, ਲੀਸਟ ਸਵੀਟੈਸਟ ਬੋਲਦੇ ਹਾਂ। ਤੇ ਗਲੂਕੋਜ਼ ਤੇ ਲੈਕਟੋਜ਼ ਦਾ ਬਣਿਆ ਹੁੰਦਾ, ਠੀਕ ਹੈ। ਫਿਰ ਆਪਾਂ ਮਾਲਟੋਜ਼ 'ਤੇ ਆ ਗਏ ਸੀਗੇ। ਤੇ ਮਾਲਟੋਜ਼ ਕੀ ਹੈਗਾ, ਬਦਾਮਾਂ 'ਚ ਪਾਇਆ ਜਾਂਦਾ ਹੈ। ਪਹਿਲੀ ਆਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ। ਦੂਜੀ ਗੱਲ ਕੀ ਆ, ਮਾਲਟ ਸ਼ੂਗਰ ਬੋਲਦੇ ਆ, ਗਲੂਕੋਜ਼ ਪਲੱਸ ਗਲੂਕੋਜ਼ ਵੀ ਬੋਲਦੇ ਜਾਂਦੇ ਇਹਨੂੰ, ਠੀਕ ਹੈ ਜੀ। ਆਹ ਸਾਰੀ ਚੀਜ਼ਾਂ ਆਪਾਂ ਕਰ ਚੁੱਕੇ ਸੀ। ਹੁਣ ਅੱਜ ਦੀ ਕਲਾਸ 'ਚ ਆਪਾਂ ਕੀ ਗੱਲ ਕਰਨ ਵਾਲੇ ਆ, ਆਪਾਂ ਪੋਲੀਸੈਚਰਾਈਡਸ ਬਾਰੇ ਗੱਲ ਕਰਾਂਗੇ, ਜਿਹਦੇ ਵਿੱਚ 10 ਤੋਂ ਵੱਧ ਸੰਖਿਆ ਆਪਣੇ ਕੋਲੇ ਸੈਚਰਾਈਡਸ ਹੀ ਹੁੰਦੀ ਹੈ। ਜਿਹਦੇ ਵਿੱਚ ਆਪਣੇ ਕੋਲੇ 10 ਤੋਂ ਵੱਧ ਸੰਖਿਆ ਕਾਹਦੀ ਹੁੰਦੀ ਹੈ, ਸੈਚਰਾਈਡਸ ਹੀ ਹੁੰਦੀ ਆ। ਉਹ ਕਿਹੜੇ ਹੈਗੇ ਆਪਣੇ ਕੋਲੇ, ਪੋਲੀਸੈਚਰਾਈਡਸ। ਆ ਪੂਰੀ ਦੀ ਪੂਰੀ ਸਲਾਈਡ ਹੈਗੀ ਆ ਆਪਣੀ ਪਿਛਲੀ ਕਲਾਸ ਦਾ ਜਿਹੜਾ ਨਿਚੋੜ ਹੈਗਾ, ਉਹ ਆਪਾਂ ਅੱਜ ਡਿਸਕਸ ਕਰ ਲਿਆ। ਇਸ ਤੋਂ ਬਾਅਦ ਤੁਹਾਨੂੰ ਸਮਝ ਆਉਣਾ ਚਾਹੀਦਾ ਕਿ ਆਪਾਂ ਟੌਪਿਕ ਕਿਹੜਾ ਡਿਸਾਈਡ ਕਰ ਰਹੇ ਹਾਂ, ਟੌਪਿਕ ਕਿਹੜਾ ਪੜ੍ਹ ਰਹੇ ਹਾਂ। ਆਪਾਂ ਪੜ੍ਹ ਰਹੇ ਹਾਂ ਪੋਲੀਸੈਚਰਾਈਡਸ। ਕਿਹੜਾ ਪੜ੍ਹ ਰਹੇ ਹਾਂ ਅੱਜ ਦੀ ਕਲਾਸ ਵਿੱਚ, ਆਪਾਂ ਪੋਲੀਸੈਚਰਾਈਡਸ ਨੂੰ ਪੜ੍ਹਾਂਗੇ। ਪੋਲੀਸੈਚਰਾਈਡਸ ਇਹ ਹੁੰਦੇ ਜਿਨ੍ਹਾਂ ਵਿੱਚ 10 ਤੋਂ ਜ਼ਿਆਦਾ ਸੈਚਰਾਈਡਸ ਹੁੰਦੇ ਆ, ਉਹਨਾਂ ਨੂੰ ਕੀ ਕਹਿੰਦੇ ਆ, ਪੋਲੀਸੈਚਰਾਈਡਸ ਕਿਹਾ ਜਾਂਦਾ ਹੈ। ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਪੋਲੀਸੈਚਰਾਈਡਸ ਕਿਹਾ ਜਾਂਦਾ ਸਰਕਾਰ। ਤਾਂ ਆਹ ਸਾਰੇ ਪੁਆਇੰਟਸ ਤੁਹਾਡੇ ਕਲੀਅਰ ਹੋਣੇ ਚਾਹੀਦੇ ਆ। ਅੱਛਾ, ਇੱਕ ਗੱਲ ਹੋਰ ਯਾਦ ਰੱਖਿਓ, ਇੱਕ ਟ੍ਰੈਹਲੋਜ਼ ਵੀ ਆਪਾਂ ਓਲੀਗੋਸੈਚਰਾਈਡਸ ਕੀਤਾ ਸੀਗਾ। ਟ੍ਰੈਹਲੋਜ਼ ਕੀ ਹੈਗਾ, ਟ੍ਰੈਹਲੋਜ਼ ਇੱਕ ਤਰ੍ਹਾਂ ਦਾ ਸ਼ੂਗਰ ਹੈਗਾ, ਇੱਕ ਤਰ੍ਹਾਂ ਦਾ ਕਾਰਬੋਹਾਈਡਰੇਟਸ ਆ। ਕਾਹਦੇ 'ਚ ਪਾਇਆ ਜਾਂਦਾ, ਇਹ ਇਨਸੈਕਟਸ 'ਚ ਪਾਇਆ ਜਾਂਦਾ, ਠੀਕ ਹੈ ਜੀ। ਇਨਸੈਕਟਸ 'ਚ ਪਾਇਆ ਜਾਂਦਾ। ਇਹਨਾਂ ਦੇ ਇਨਸੈਕਟਸ ਵਿੱਚ ਕੀ ਪਾਇਆ ਜਾਂਦਾ, ਹੀਮੋਲਿੰਫ ਪਾਇਆ ਜਾਂਦਾ। ਜਿਵੇਂ ਆਪਣੇ ਬਲੱਡ ਹੁੰਦਾ, ਇਹਨਾਂ ਵਿੱਚ ਹੀਮੋਲਿੰਫ ਪਾਇਆ ਜਾਂਦਾ, ਹੀਮੋਲਿੰਫ ਪਾਇਆ ਜਾਂਦਾ ਹੈ ਨਾ। ਉਹਦੇ ਵਿੱਚ ਡਿਜ਼ੋਲਵਡ ਹੁੰਦੀ ਹੈ ਕਾਰਬੋਹਾਈਡਰੇਟ, ਉਹਨਾਂ ਵਿੱਚ ਕੀ ਹੈ, ਇਹ ਡਿਜ਼ੋਲਵਡ ਹੁੰਦੀ ਹੈ ਕਾਰਬੋਹਾਈਡਰੇਟ। ਤਾਂ ਆਹ ਸਾਰੀ ਚੀਜ਼ਾਂ ਤੁਹਾਡੀ ਕੰਪਾਈਲਡ ਨਹੀਂ ਹੈ, ਜਿਹੜੀਆਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ। ਫਿਰ ਆਪਾਂ ਗੱਲ ਕਰਦੇ ਪੋਲੀਸੈਚਰਾਈਡਸ 'ਤੇ ਆ ਗਏ। ਪੋਲੀਸੈਚਰਾਈਡਸ ਵਿੱਚ ਆਪਣੇ ਕੋਲ 2 ਟਾਈਪ ਨੇ, ਠੀਕ ਹੈ ਜੀ। ਇਹਨਾਂ ਬਾਰੇ ਗੱਲ ਕਰਾਂਗੇ। ਪਹਿਲਾਂ ਇਹ ਕੀ ਹੈ, ਸਭ ਤੋਂ ਜ਼ਿਆਦਾ ਕੰਪਲੈਕਸ ਪਾਏ ਜਾਂਦੇ ਆ, ਠੀਕ ਹੈ ਜੀ। ਇਹ ਕੀ ਹੈ, ਸਭ ਤੋਂ ਜ਼ਿਆਦਾ ਨੇਚਰ 'ਚ ਪਾਏ ਜਾਂਦੇ, ਠੀਕ ਹੈ। ਜੇ ਆਪਾਂ ਕੁਦਰਤ ਵਿੱਚ ਗੱਲ ਕਰੀਏ, ਕੁਦਰਤ ਕੌਰ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਕਾਰਬੋਹਾਈਡਰੇਟ ਪਾਏ ਜਾਂਦੇ ਆ, ਆਮ ਤੌਰ 'ਤੇ ਕਿਹੜੇ ਕਾਰਬੋਹਾਈਡਰੇਟ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਨੂੰ ਕਰਨਾ ਪੈਂਦਾ ਪੋਲੀਸੈਚਰਾਈਡਸ ਦਾ ਸਾਹਮਣਾ ਕਰਨਾ ਪੈਂਦਾ। ਇਹ ਜਿਹੜੇ ਆਪਣੇ ਸਭ ਤੋਂ ਜ਼ਿਆਦਾ ਨੇਚਰ 'ਚ ਸਭ ਤੋਂ ਜ਼ਿਆਦਾ ਜਿਹੜੇ ਪਾਏ ਜਾਂਦੇ ਆ, ਨੇਚਰ 'ਚ ਪਾਏ ਜਾਂਦੇ, ਠੀਕ ਹੈ ਜੀ। ਫਿਰ ਆਪਣੇ ਕੋਲੇ 2 ਟਾਈਪ ਦੇ ਆਪਣੇ ਕੋਲੇ ਪੋਲੀਸੈਚਰਾਈਡਸ ਹੈਗੇ ਆ। ਕਿਹੜੇ, ਇੱਕ ਤਾਂ ਹੁੰਦਾ ਹੋਮੋਪੋਲੀਸੈਚਰਾਈਡਸ, ਇੱਕ ਹੁੰਦੇ ਹੈਟਰੋਪੋਲੀਸੈਚਰਾਈਡਸ। ਹੋਮੋਪੋਲੀਸੈਚਰਾਈਡਸ ਆਪਣੇ ਕੋਲੇ ਇਹ ਹੈ ਜਿਹੜੇ ਇੱਕ ਤਰ੍ਹਾਂ ਦੇ ਹੀ ਬਣੇ ਹੋਏ ਆ, ਹੈ ਨਾ। ਹੈਟਰੋ ਹੁੰਦੇ ਮਤਲਬ ਜਿਹਦੇ ਵਿੱਚ ਅਲੱਗ-ਅਲੱਗ ਲੈ ਲਏ ਆਪਾਂ, ਹੈ ਨਾ। ਇੱਕ ਤਾਂ ਹੁੰਦੇ ਆ ਹੈਟਰੋ, ਇੱਕ ਹੁੰਦੇ ਆ ਹੋਮੋਪੋਲੀਸੈਚਰਾਈਡਸ। ਹੋਮੋਪੋਲੀਸੈਚਰਾਈਡਸ ਇਹ ਆ ਜਿਹੜੇ ਵਿਚਾਰੇ ਇੱਕ ਨਾਲ ਦੇ ਸਾਰੇ ਇੱਕ ਥਾਲੀ ਦੇ ਚੱਟੇ ਵੱਟੇ ਲੈਂਦੇ ਆਪਾਂ, ਹੈ ਨਾ। ਇੱਕ ਥਾਲੀ ਦੇ ਜਿਹੜੇ ਚੱਟੇ ਵੱਟੇ ਹੁੰਦੇ ਆ ਉਹਨਾਂ ਨੂੰ ਕੀ ਕਹਿੰਦੇ ਆ, ਹੋਮੋਪੋਲੀਸੈਚਰਾਈਡਸ। ਅਗਰ ਆਪਾਂ ਗੱਲ ਕਰਦੇ ਹਾਂ ਹੈਟਰੋਪੋਲੀਸੈਚਰਾਈਡਸ, ਇਹਦੇ ਵਿੱਚ ਆਪਣੇ ਕੋਲੇ ਭਾਂਤ ਦੀਆਂ ਸੈਚਰਾਈਡਸ ਪਾਏ ਜਾਂਦੇ ਆ, ਭਾਂਤ ਦੇ, ਹੈ ਨਾ। ਉਹਨਾਂ ਨੂੰ ਕੀ ਕਹਿੰਦੇ ਆ, ਹੈਟਰੋਪੋਲੀਸੈਚਰਾਈਡਸ। ਉਹਨਾਂ ਨੂੰ ਕੀ ਕਹਿੰਦੇ ਆ, ਹੈਟਰੋਪੋਲੀਸੈਚਰਾਈਡਸ ਕਹਿੰਦੇ ਆ। ਚਲੋ ਜੀ, ਹੁਣ ਆਪਾਂ ਨੈਕਸਟ 'ਤੇ ਗੱਲ ਕਰਦੇ ਹਾਂ। ਹੁਣ ਸਟਾਰਚ ਵਾਲੀ ਸਾਈਡ ਆ ਗਏ ਆਪਾਂ। ਹੁਣ ਕਹਿੰਦੇ ਨਾ ਕਿ ਵੀ ਜਦੋਂ ਆਪਾਂ ਕੋਈ ਚੀਜ਼ ਚਬਾਉਂਦੇ ਹਾਂ, ਹੈ ਨਾ, ਸ਼ੱਕਰਕੰਦੀ ਖਾਈ, ਆਲੂ ਖਾਇਆ, ਰੋਟੀ ਖਾਈ, ਠੀਕ ਹੈ। ਇਹਨਾਂ ਵਿੱਚ ਸਾਰਿਆਂ ਵਿੱਚ ਕੀ ਹੈ ਕਿ ਕਾਰਬੋਹਾਈਡਰੇਟਸ ਪਾਏ ਜਾਂਦੇ ਆ ਜਾਂ ਸਟਾਰਚ ਪਾਏ ਜਾਂਦਾ ਹੈ ਨਾ।
ਤਾਂ ਸਟਾਰਚ ਦਾ ਜਿਹੜਾ ਹੈ ਕਾਰਬੋਹਾਈਡਰੇਟ ਦਾ ਜਿਹੜਾ ਪਾਚਨ ਹੁੰਦਾ ਹੈ, ਮੈਂ ਥੱਲੇ ਲਿਖ ਰਹੀ ਹਾਂ, ਥੋੜਾ ਧਿਆਨ ਨਾਲ ਤੁਸੀਂ ਪੜ੍ਹਿਓ। ਜਿਹੜਾ ਕਾਰਬੋਹਾਈਡਰੇਟ ਹੋ ਗਿਆ ਜਾਂ ਸਟਾਰਚ ਹੋ ਗਿਆ, ਦੋਨਾਂ ਦੀ ਗੱਲ ਇੱਕੋ ਹੀ ਹੈ, ਕਿਉਂਕਿ ਕਾਰਬੋਹਾਈਡਰੇਟ ਦਾ ਹੀ ਇੱਕ ਤਰ੍ਹਾਂ ਦਾ ਇੱਕ ਟਾਈਪ ਹੈਗਾ ਸਟਾਰਚ, ਹੈ ਨਾ। ਕਾਰਬੋਹਾਈਡਰੇਟ ਤੇ ਜਿਹੜਾ ਸਟਾਰਚ ਹੈਗਾ, ਇਹਨਾਂ ਦਾ ਪਾਚਨ ਕਿੱਥੇ ਸਟਾਰਟ ਹੋ ਜਾਂਦਾ? ਇਹਨਾਂ ਦਾ ਪਾਚਨ ਕਿੱਥੇ ਸਟਾਰਟ ਹੋ ਜਾਂਦਾ? ਮਾਊਥ ਵਿੱਚ ਸਟਾਰਟ ਹੋ ਜਾਂਦਾ। ਇਹਨਾਂ ਦਾ ਪਾਚਨ ਕਿੱਥੇ ਸਟਾਰਟ ਹੁੰਦਾ? ਪਾਚਨ ਕਿੱਥੇ ਸਟਾਰਟ ਹੁੰਦਾ ਇਹਨਾਂ ਦਾ? ਮਾਊਥ ਵਿੱਚ। ਮਾਊਥ ਵਿੱਚ ਕੀ ਪਾਇਆ ਜਾਂਦਾ? ਸਲਾਈਵਾ ਪਾਇਆ ਜਾਂਦਾ ਹੈ, ਠੀਕ ਹੈ। ਮਾਊਥ ਵਿੱਚ ਕੀ ਪਾਇਆ ਜਾਂਦਾ? ਇੱਕ ਸਲਾਈਵਾ ਪਾਇਆ ਜਾਂਦਾ, ਥੁੱਕ ਪਾਇਆ ਜਾਂਦਾ। ਸਲਾਈਵਾ ਵਿੱਚ ਆਪਣੇ ਕੋਲ ਇੱਕ ਇੰਜ਼ਾਈਮ ਹੁੰਦਾ ਹੈ, ਸਲਾਈਵਾ ਵਿੱਚ ਇੱਕ ਇੰਜ਼ਾਈਮ ਹੁੰਦਾ ਹੈ, ਉਹ ਕੀ ਕਰਦਾ? ਹੈਲਪ ਕਰਦਾ ਇਹਦੀ ਡਾਈਜੈਸ਼ਨ 'ਚ। ਇੰਜ਼ਾਈਮ ਦਾ ਨਾਮ ਕੀ ਹੈਗਾ? ਇੰਜ਼ਾਈਮ ਦਾ ਨਾਮ ਹੈਗਾ ਅਮਾਈਲੇਜ਼ ਜਾਂ ਟਾਈਲਿਨ। ਅਮਾਈਲੇਜ਼ ਜਾਂ ਟਾਈਲਿਨ, ਅਮਾਈਲੇਜ਼ ਜਾਂ ਟਾਈਲਿਨ। ਹੁਣ ਇਹ ਕੀ ਕਰੂਗਾ? ਸਭ ਤੋਂ ਜ਼ਿਆਦਾ ਆਪਣੇ ਕੀ ਹੈ, ਮੂੰਹ ਵਿੱਚ ਜਦੋਂ ਇਹ ਆਪਾਂ ਜ਼ਿਆਦਾ ਟਾਈਮ ਤੱਕ ਇਹਨੂੰ ਮੂੰਹ ਵਿੱਚ ਰੱਖ ਲਈਏ ਨਾ, ਤਾਂ ਸਭ ਤੋਂ ਜ਼ਿਆਦਾ ਮਿਠਾਸ ਆਪਾਂ ਨੂੰ ਇੱਥੇ ਹੀ ਲੱਗਣ ਲੱਗ ਪੈਂਦੀ ਹੈ ਨਾ। ਜ਼ਿੰਦਗੀ 'ਚ ਮਿਠਾਸ ਉਦੋਂ ਹੀ ਆਉਣ ਲੱਗ ਪੈਂਦੀ ਆ ਜਦੋਂ ਆਪਾਂ ਇਹਨੂੰ ਮੂੰਹ 'ਤੇ ਰੱਖਦੇ ਆ ਨਾ। ਕੋਈ ਵੀ ਚੀਜ਼ ਹੋ ਗਈ, ਮਿੱਠੇ ਵਾਲੀ ਚੀਜ਼ ਰੱਖ ਲਈ ਤਾਂ ਗੱਲ ਵੱਖਰੀ ਹੋ ਗਈ, ਪਰ ਇਹ ਤਾਂ ਨੋਰਮਲ ਮਿਠਾਸ ਵੀ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਸਟਾਰਚ ਬਾਰੇ। ਹੁਣ ਸਟਾਰਚ ਕਿੱਥੇ ਪਾਇਆ ਜਾਂਦਾ? ਪਹਿਲੀ ਗੱਲ ਤਾਂ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ। ਸਟਾਰਚ ਬਾਰੇ ਬਹੁਤ ਗੱਲਾਂ ਕੀਤੀਆਂ। ਸਟਾਰਚ ਵਾਸਤੇ ਆਪਾਂ ਆਇਓਡੀਨ ਟੈਸਟ ਵੀ ਕਰਦੇ ਹਾਂ। ਆਪਾਂ ਕੱਲ੍ਹ ਦੀ ਕਲਾਸ ਵਿੱਚ ਵੀ ਇਹ ਚੀਜ਼ ਡਿਸਕਸ ਕੀਤੀ ਸੀ, ਆਇਓਡੀਨ ਟੈਸਟ। ਆਇਓਡੀਨ ਟੈਸਟ ਕਿਹਨੂੰ ਲੱਭਣ 'ਚ ਮਦਦ ਕਰਦਾ? ਆਇਓਡੀਨ ਟੈਸਟ ਲੱਭਣ 'ਚ ਮਦਦ ਕਰਦਾ ਹੈਗਾ ਕਿ ਉਸ ਜਿਹੜੇ ਫੂਡ ਵਿੱਚ, ਜਿਹੜਾ ਉਹ ਖਾਣਾ ਹੈਗਾ, ਉਹਦੇ ਵਿੱਚ ਆਪਣੇ ਕੋਲੇ ਕਾਰਬੋਹਾਈਡਰੇਟ ਜਾਂ ਕੋਈ ਸਟਾਰਚ ਪ੍ਰੈਜ਼ੈਂਟ ਹੈਗਾ ਜਾਂ ਨਹੀਂ ਹੈਗਾ। ਤਾਂ ਆਹ ਚੀਜ਼ ਕੀ ਦੱਸਦਾ ਹੈਗਾ? ਆਇਓਡੀਨ ਟੈਸਟ ਦੱਸਦਾ। ਕੀ ਦੱਸਦਾ ਹੈਗਾ? ਆਇਓਡੀਨ ਟੈਸਟ, ਠੀਕ ਹੈ ਜੀ। ਫਿਰ ਆਪਾਂ ਗੱਲ ਕਰਦੇ ਹਾਂ ਮੇਨ ਸਟੋਰੇਜ ਪੋਲੀਸੈਚਰਾਈਡਸ ਆਫ ਦ ਪਲਾਂਟਸ, ਠੀਕ ਹੈ। ਕੀ ਹੈ? ਪੌਦਿਆਂ ਵਿੱਚ ਜਿਹੜਾ ਮੁੱਖ ਸਟੋਰੇਜ ਕਾਹਦਾ ਹੁੰਦਾ? ਪੋਲੀਸੈਚਰਾਈਡਸ ਹੁੰਦਾ। ਕਾਹਦੇ ਵਿੱਚ ਹੁੰਦਾ? ਪੋਲੀਸੈਚਰਾਈਡਸ ਦਾ ਹੁੰਦਾ ਪਲਾਂਟ ਵਿੱਚ। ਥੋੜ੍ਹਾ ਜਿਹਾ ਆਪਾਂ ਮਾਈਕ ਚੇਂਜ ਕਰ ਲਈਏ, ਹੈ ਨਾ। ਚਲੋ, ਸਭ ਤੋਂ ਜ਼ਿਆਦਾ ਕਿੱਥੇ ਪਾਇਆ ਜਾਂਦਾ ਇਹ? ਸਭ ਤੋਂ ਜ਼ਿਆਦਾ ਆਪਣਾ ਪਾਇਆ ਜਾਂਦਾ ਇਹ ਆਪਣਾ ਪਲਾਂਟਸ ਵਿੱਚ, ਠੀਕ ਹੈ। ਪਲਾਂਟਸ ਵਿੱਚ ਪਾਇਆ ਜਾਂਦਾ ਹੈ। ਤਾਂ ਆਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਹੁਣ ਇਹਦੇ ਵਿੱਚ ਆਪਾਂ ਅੱਗੇ ਕਰਦੇ ਹਾਂ, ਨੈਕਸਟ ਗੱਲ ਕਰਦੇ ਹਾਂ। ਇੱਕ ਮਿੰਟ ਰੁਕੋ। ਹੁਣ ਆਪਾਂ ਇਹਦੇ ਵਿੱਚ ਗੱਲ ਕਰ ਲੈਂਦੇ ਹਾਂ ਨੈਕਸਟ ਦੀ। ਓਕੇ, ਠੀਕ ਹੈ। ਇਹਦੇ ਵਿੱਚ ਆਪਾਂ ਹੁਣ ਨੈਕਸਟ ਗੱਲ ਕਰਦੇ ਹੈਗੇ ਆ ਕਿ ਮੇਨ ਇੰਪੋਰਟੈਂਟ ਸੋਰਸ। ਇਹ ਮੇਨ ਇੰਪੋਰਟੈਂਟ ਸੋਰਸ ਕਿਹੜਾ ਹੈਗਾ? ਡਾਈਟਰੀ ਸੋਰਸ ਹੈਗਾ ਹਿਊਮਨ ਬੀਂਗ ਦਾ। ਕਿਉਂਕਿ ਆਪਾਂ ਹਿਊਮਨ ਬੀਂਗਸ ਕੀ ਕਰਦੇ ਹਾਂ? ਦੇਖੋ, ਆਪਾਂ ਸਾਰਾ ਟਾਈਮ ਮੀਟ ਤਾਂ ਖਾ ਨਹੀਂ ਸਕਦੇ, ਸਾਰਾ ਟਾਈਮ ਆਪਾਂ ਮੀਟ ਤਾਂ ਖਾਂਦੇ ਹੀ ਨਹੀਂ, ਹੈ ਨਾ। ਤਾਂ ਆਪਾਂ ਕੀ ਕਰਦੇ ਹਾਂ? ਆਪਾਂ ਪਲਾਂਟਸ ਖਾਣ ਲੱਗ ਪੈਂਦੇ ਹਾਂ ਨਾ। ਪਲਾਂਟਸ ਖਾਂਦੇ ਹਾਂ ਮੋਸਟਲੀ। ਆਪਣਾ ਕੀ ਹੈ? ਡਾਈਟ ਆਪਣਾ ਹੈਗਾ ਪਲਾਂਟਸ ਨਾਲ ਰਿਲੇਟਡ ਹੁੰਦੀ ਹੈ, ਠੀਕ ਹੈ। ਤੇ ਜਿਹੜੀ ਆਪਣੀ ਪਲਾਂਟਸ ਨਾਲ ਰਿਲੇਟਡ ਡਾਈਟ ਹੈਗੀ ਆ, ਠੀਕ ਹੈ ਜੀ, ਜਿਹੜੀ ਆਪਣੀ ਪਲਾਂਟਸ ਨਾਲ ਰਿਲੇਟਡ ਡਾਈਟ ਹੈਗੀ ਆ, ਉਹ ਕਾਹਦੇ ਨਾਲ ਰਿਲੇਟਡ ਹੈਗੀ ਆ? ਪਲਾਂਟਸ ਨਾਲ। ਤੇ ਪਲਾਂਟਸ ਵਿੱਚ ਕਿਹੜਾ ਪਾਇਆ ਜਾਂਦਾ? ਸਟਾਰਚ ਪਾਇਆ ਜਾਂਦਾ ਹੈ। ਪਲਾਂਟਸ ਵਿੱਚ ਕੀ ਪਾਇਆ ਜਾਂਦਾ? ਸਟਾਰਚ ਪਾਇਆ ਜਾਂਦਾ ਹੈ। ਤਾਂ ਇਹਦੇ ਕਰਕੇ ਕੀ ਆ ਕਿ ਆਪਾਂ ਨੂੰ ਸਟਾਰਚ ਮੈਕਸਿਮਮ ਕਿੱਥੋਂ ਪ੍ਰੋਡਿਊਸ ਹੁੰਦਾ? ਮੈਕਸਿਮਮ ਸਟਾਰਚ ਆਪਾਂ ਨੂੰ ਪਾਇਆ ਜਾਂਦਾ, ਆਪਾਂ ਪਲਾਂਟਸ ਤੋਂ ਲੈਂਦੇ ਹਾਂ, ਠੀਕ ਹੈ ਜੀ। ਆਹ ਚੀਜ਼ ਕਲੀਅਰ ਹੋਣੀ ਚਾਹੀਦੀ ਤੁਹਾਡੇ ਮਾਈਂਡ 'ਚ। ਫਿਰ ਆਪਾਂ ਕਰਦੇ ਮਨੁੱਖਾਂ ਦਾ ਸਭ ਤੋਂ ਮਹੱਤਵਪੂਰਨ ਸਰੋਤ ਹੈ, ਠੀਕ ਹੈ ਜੀ। ਸਭ ਤੋਂ ਜ਼ਿਆਦਾ ਸਟਾਰਚ ਆਪਾਂ ਨੂੰ ਇਹਦੇ ਤੋਂ ਮਿਲਦੀ ਹੈ। ਜੇਕਰ ਆਪਾਂ ਗੱਲ ਕਰਦੇ ਹਾਂ, ਜਿਵੇਂ ਆਪਾਂ ਕਣਕ ਖਾਂਦੇ ਹਾਂ ਨਾ, ਬਹੁਤ ਸਾਰੀ ਦਾਲਾਂ ਖਾਂਦੇ ਹਾਂ, ਕਣਕ ਖਾਂਦੇ ਹਾਂ, ਠੀਕ ਹੈ। ਦਾਲਾਂ ਵਿੱਚ ਤਾਂ ਜ਼ਿਆਦਾਤਰ ਪ੍ਰੋਟੀਨ ਪਾਇਆ ਜਾਂਦਾ। ਦਾਲਾਂ ਵਿੱਚ ਕੀ ਪਾਇਆ ਜਾਂਦਾ? ਪ੍ਰੋਟੀਨ ਪਾਇਆ ਜਾਂਦਾ। ਬਟ ਆਪਾਂ ਜੇਕਰ ਇਹਦੀ ਗੱਲ ਕਰੀਏ, ਜੇਕਰ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ, ਆਪਾਂ ਫੋਰ ਸਪੋਜ਼ ਆਪਾਂ ਇਹਨਾਂ ਦੀ ਗੱਲ ਕਰੀਏ, ਤਾਂ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਪਾਈ ਜਾਂਦੀ ਆ? ਪਲਾਂਟਸ ਵਿੱਚ ਸਟਾਰਚ ਪਾਇਆ ਜਾਂਦਾ ਹੈ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਕੀ ਆ? ਇਹ ਦੋ ਕੰਪੋਨੈਂਟਸ ਦੇ ਬਣੇ ਹੁੰਦੇ ਆ। ਇੱਕ ਤਾਂ ਹੁੰਦਾ ਐਮਾਈਲੋਸ ਤੇ ਇੱਕ ਹੁੰਦਾ ਅਮਾਈਲੋਪੈਕਟਿਨ, ਠੀਕ ਹੈ। ਇਹ ਨਾਮ ਹੀ ਯਾਦ ਰੱਖੋਗੇ ਤਾਂ ਚੱਲ ਜੂਗਾ। ਇਹ ਦੋਨੋਂ ਤੁਸੀਂ ਨਾਮ ਹੀ ਯਾਦ ਰੱਖੋਗੇ ਤਾਂ ਵੀ ਚੱਲ ਜਾਣਗੇ, ਤਾਂ ਵੀ ਕੋਈ ਐਡਾ ਵੱਡਾ ਇਸ਼ੂ ਨਹੀਂ ਹੈਗਾ, ਠੀਕ ਹੈ ਜੀ। ਚਲੋ ਅੱਗੇ ਚੱਲਦੇ ਆ। ਹੁਣ ਨੈਕਸਟ ਤੇ ਚੱਲਦੇ ਆ। ਆਪਣੇ ਕੋਲੇ ਕੀ ਆ? ਗਲਾਈਕੋਜਨ। ਗਲਾਈਕੋਜਨ ਕੀ ਹੁੰਦਾ? ਜੇਕਰ ਆਪਾਂ ਗੱਲ ਕਰਦੇ ਹਾਂ ਪਲਾਂਟਸ ਵਿੱਚ, ਪਲਾਂਟਸ ਵਿੱਚ ਕਿਹੜਾ ਪਾਇਆ ਜਾਂਦਾ? ਸਟਾਰਚ ਪਾਇਆ ਜਾਂਦਾ। ਕਿਹੜਾ ਕਾਰਬੋਹਾਈਡਰੇਟਸ ਪਾਏ ਜਾਂਦੇ ਆ? ਸਟਾਰਚ ਪਾਏ ਜਾਂਦੇ ਆ, ਸਟਾਰਚ। ਹੁਣ ਗਲਾਈਕੋਜਨ ਕਿੱਥੇ ਪਾਇਆ ਜਾਂਦਾ? ਹੁਣ ਗਲਾਈਕੋਜਨ ਪਾਇਆ ਜਾਂਦਾ ਐਨੀਮਲਸ ਵਿੱਚ, ਜਾਨਵਰਾਂ ਵਿੱਚ। ਜਾਨਵਰਾਂ ਵਿੱਚ ਪਾਇਆ ਜਾਂਦਾ। ਜਾਨਵਰਾਂ ਵਿੱਚ ਕਿਹੜਾ ਸਟਾਰਚ ਪਾਇਆ ਜਾਂਦਾ? ਗਲਾਈਕੋਜਨ। ਆਪਣੀ ਬੋਡੀ ਵਿੱਚ ਬਹੁਤ ਜ਼ਿਆਦਾ ਗਲਾਈਕੋਜਨ ਪਾਇਆ ਜਾਂਦਾ ਹੈਗਾ। ਤਾਂ ਤੁਸੀਂ ਯਾਦ ਰੱਖਣਾ ਹੈਗਾ ਕਿ ਆਪਣੀ ਬੋਡੀ ਵਿੱਚ ਜਾਂ ਆਪਣੇ ਜਾਨਵਰਾਂ ਵਿੱਚ ਜਾਂ ਆਪਣੇ ਮੈਮਲਸ ਵਿੱਚ ਕਿਹੜਾ ਪਾਇਆ ਜਾਂਦਾ? ਸਟਾਰਚ। ਆਪਣਾ ਗਲਾਈਕੋਜਨ ਸਟਾਰਚ ਪਾਇਆ ਜਾਂਦਾ, ਠੀਕ ਹੈ। ਕਿਹੜਾ ਸਟਾਰਚ ਪਾਇਆ ਜਾਂਦਾ? ਗਲਾਈਕੋਜਨ ਸਟਾਰਚ ਪਾਇਆ ਜਾਂਦਾ। ਜਾਨਵਰਾਂ ਦਾ ਜਿਹੜਾ ਸਟਾਰਚ ਹੈਗਾ ਉਹਦੇ ਉੱਤੇ ਤੁਸੀਂ ਸਟਾਰ ਮਾਰਕ ਕਰ ਲਿਓ। ਇਹ ਜਾਨਵਰਾਂ ਵਿੱਚ ਮੌਜੂਦ ਹੁੰਦਾ, ਜਿਸ ਨੂੰ ਕੀ ਕਹਿੰਦੇ ਆ? ਗਲਾਈਕੋਜਨ ਕਿਹਾ ਜਾਂਦਾ ਹੈ। ਇਹ ਜਨਰਲੀ ਆਪਣਾ ਕੀ ਲਿਵਰ ਵਿੱਚ ਜਾ ਕੇ ਸਟੋਰ ਹੋ ਜਾਂਦਾ, ਠੀਕ ਹੈ। ਲਿਵਰ ਵਿੱਚ ਸਟੋਰ ਹੋ ਜਾਂਦਾ ਇੱਥੇ, ਠੀਕ ਹੈ, ਲਿਵਰ। ਹੁਣ ਇੱਕ ਗੱਲ ਹੋਰ ਯਾਦ ਰੱਖੋ, ਲਿਵਰ ਨਾਲ ਤੁਸੀਂ ਦੋ ਤਿੰਨ ਚੀਜ਼ਾਂ ਯਾਦ ਰੱਖਣੀਆਂ ਲਿਵਰ ਬਾਰੇ। ਲਿਵਰ ਆਪਣਾ ਸਭ ਤੋਂ ਵੱਡੀ ਗ੍ਰੰਥੀ ਹੁੰਦੀ ਹੈ। ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈਗੀ ਹੈ? ਇਹ ਕੁਐਸਚਨ ਬਹੁਤ ਪੁੱਛਿਆ ਜਾਂਦਾ। ਸਭ ਤੋਂ ਵੱਡੀ ਗ੍ਰੰਥੀ
ग्रंथी किहड़ी हुंदी है, ये अपनी लिवर है। लिवर की करदा, लिवर अपना एक जूस सिक्रीट करदा, जूस सिक्रीट करदा जिन्हों की कहंदे आ बाइल जूस कहंदे आ, इनू की कहंदे आ बाइल जूस कहंदे आ। हुण ये बाइल जूस स्टोर कित्थे जाके हुंदा है, ये भी चीज़ तुहानूं पता होनी चाहिए है, ताकि तुहानूं नाल-नाल ये चीज़ां करा रही हैं ताकि तुहानूं ये ना होवे कि तुसीं एक टाइप दा ही लैक्चर कर रहे हो, तुसीं आए ना होवे कि तुहानूं कि हाँ जी तुहानूं कोई इन चीज़ की इन्फॉर्मेशन ना होवे, ठीक है, तुसीं एक टाइप दा लैक्चर ना कर रहे है ना, तुसीं सारे टाइप दे लैक्चर कर रहे हो एक विच ही। तो ये स्टोर कित्थे हुंदा, ये गॉल ब्लैडर च हुंदा, ते बहुत सारे लोगों का की है गॉल ब्लैडर का ऑपरेशन भी होया हुंदा, गॉल ब्लैडर का ऑपरेशन भी हो जाता, कई लोगों में ये पत्थरी पुत्थरी की प्रॉब्लम आ जाती है, उसदे की है गॉल ब्लैडर नूं ही बाहर रिमूव कर दिंदे आ, गॉल ब्लैडर नूं बाहर रिमूव कर दिंदे आ। फिर आपां की इट इज स्टोर्ड इन द फूड ऑफ द मैनी फंजाई या कवक, ठीक है, हुण जिहड़े फंजाई या कवक हुंदे आ ना, इन्हां दे फूड विच भी ये चीज़ स्टोर हुंदी है, ग्लाइकोजन, ठीक है। यीस्ट हो गया, खमीर हो गया, खमीरी रोटी खाधी है किसी ने, है ना, ਜਿਹੜੇ ਮੀਟ ਖਾਣ ਵਾਲੇ ਉਹਨਾਂ ਨੂੰ ਖਮੀਰੀ ਰੋਟੀ ਬਾਰੇ ਪਤਾ ਹੋਊਗਾ, ਠੀਕ ਹੈ। ਖਮੀਰੀ ਰੋਟੀ ਹੈਗੀ ਆ ਥੋੜੀ ਫੁੱਲੀ ਫੁੱਲੀ ਜੀ ਹੁੰਦੀ, ਉਹਦੇ ਵਿੱਚ ਆਪਾਂ ਨੂੰ ਕੀ ਹੈ ਖਮੀਰ ਯੂਜ਼ ਹੁੰਦਾ ਜਾਂ ਆਪਣੇ ਕੀ ਹੈ ਯੀਸਟ ਯੂਜ਼ ਹੁੰਦਾ, ਠੀਕ ਹੈ। ਉਹਨਾਂ ਨੂੰ ਤਾਂ ਹੀ ਆਪਾਂ ਉਹਨੂੰ ਖਮੀਰੀ ਰੋਟੀ ਕਹਿੰਦੇ ਆ, ਉਹ ਕੀ ਫੁੱਲ ਕੇ ਐਡੀ ਹੋ ਜਾਂਦੀ ਆ, ਫੁੱਲ ਕੇ ਐਂ ਕਰਕੇ ਵੱਡੀ ਜੀ ਹੋ ਜਾਂਦੀ ਹੈ ਨਾ। ਅੱਛਾ, ਉਹਦੇ ਵਿੱਚ ਰੀਜ਼ਨ ਕੀ ਆ, ਉਹਦੇ ਵਿੱਚ ਕੀ ਆ ਰੀਜ਼ਨ, ਯੀਸਟ ਰੀਜ਼ਨ ਹੁੰਦਾ ਉਹਦੇ ਪਿੱਛੇ, ਠੀਕ ਹੈ। ਉਹਦੇ ਪਿੱਛੇ ਰੀਜ਼ਨ ਕੀ ਹੁੰਦਾ, ਯੀਸਟ ਰੀਜ਼ਨ ਹੁੰਦਾ ਉਹਦੇ ਪਿੱਛੇ। ਤੇ ਇੱਕ ਗੱਲ ਹੋਰ ਯਾਦ ਰੱਖਿਓ ਯੀਸਟ ਨਾਲ ਹੀ, ठीक है, यीस्ट नाल ही तुसीं एक गल होर याद रखनी है, ये जिहड़ा स्टोर्ड फूड किहड़ा हुंदा ग्लाइकोजन हुंदा, ठीक है, ग्लाइकोजन की फॉर्म में अपने को स्टोर्ड होंदा। हुण जिवें अपने को बहुत ज़्यादा एक्सैसिव ग्लूकोज आ गई, हुण अपनी बॉडी में बहुत ज़्यादा एक्सैसिव ग्लूकोज आ गई, तुसीं बहुत ज़्यादा ग्लूकोज स्टोर कर लिया अपनी बॉडी में, तो वो जिहड़ी ग्लूकोज हैगी वो ग्लाइकोजन के फॉर्म में जाके अपने लिवर च जाके स्टोर हो जाती है, काहदे फॉर्म च हो जाती है स्टोर, ग्लाइकोजन के फॉर्म च जाके स्टोर हो जाती है। आ भी चीज़ तुहाडे माइंड च क्लीयर होनी चाहिए। हुण पॉइंट इत्थे किहड़े-किहड़े ने जिहड़े अपने ਕੰਮ ਦੇ ਆ, ਸਟਾਰਚ ਕਾਹਦੇ ਚ ਪ੍ਰੈਜ਼ੈਂਟ ਹੁੰਦਾ, ਪਲਾਂਟਸ ਚ ਪ੍ਰੈਜ਼ੈਂਟ ਹੁੰਦਾ, ਹਾਂਜੀ ਬਿਲਕੁਲ ਪਲਾਂਟਸ ਪ੍ਰੈਜ਼ੈਂਟ ਹੁੰਦਾ। ਫਿਰ ਤੁਸੀਂ ਕੀਤਾ ਹੈਗਾ ਕਿ ਜੇਕਰ ਆਹ ਚੀਜ਼ ਤੁਹਾਨੂੰ ਯਾਦ ਹੋਗੀ, ਫਿਰ ਤੁਸੀਂ ਇਹ ਵੀ ਚੀਜ਼ ਕੀਤੀ ਆ ਕਿ ਜੇਕਰ ਆਪਣੇ ਐਨੀਮਲਸ ਦੀ ਗੱਲ ਕੀਤੀ, ਐਨੀਮਲਸ 'ਚ ਕਿਹੜਾ ਸਟਾਰਚ ਪਾਇਆ ਜਾਂਦਾ, ਗਲਾਈਕੋਜਨ ਪਾਇਆ ਜਾਂਦਾ। ਫਿਰ ਗਲਾਈਕੋਜਨ ਨਾਲ ਤੁਸੀਂ ਇੱਕ ਚੀਜ਼ ਹੋਰ ਯਾਦ ਰੱਖੀ ਹੈਗੀ ਆ ਕਿ ਆਪਣੇ ਇਹ ਗਲਾਈਕੋਜਨ ਵੀ ਪਾਇਆ ਜਾਂਦਾ, ਬਟ ਇਹ ਕਾਹਦੇ 'ਚ ਜਾ ਕੇ ਸਟੋਰ ਹੋ ਜਾਂਦਾ, ਲਿਵਰ 'ਚ ਜਾ ਕੇ ਸਟੋਰ ਹੋ ਜਾਂਦਾ ਹੈ। ਜਦੋਂ ਤੁਸੀਂ ਲਿਵਰ ਦੀ ਗੱਲ ਕਰ ਲਈ, ਫਿਰ ਤੁਹਾਨੂੰ ਪਤਾ ਹੈਗਾ ਮਾਸਪੇਸ਼ੀਆਂ ਵਿੱਚ ਵੀ ਜਾ ਕੇ ਸਟੋਰ ਹੋ ਜਾਂਦਾ, ਪਰ ਇਹ ਫੰਜਾਈ ਵਿੱਚ ਵੀ, ਕਵਕ ਵਿੱਚ ਵੀ ਪਾਇਆ ਜਾਂਦਾ। ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਖਮੀਰ ਹੁੰਦੀ ਹੈ, ਖਮੀਰੀ ਰੋਟੀ ਨਾਲ ਤੁਸੀਂ ਯਾਦ ਰੱਖਣਾ ਮਿਠਾਸ ਉਹਦੇ 'ਚ ਪਾਈ ਜਾਂਦੀ ਹੈ ਖਮੀਰੀ ਰੋਟੀ 'ਚ। ਖਮੀਰੀ ਰੋਟੀ ਨੋਰਮਲ ਰੋਟੀਆਂ ਨਾਲੋਂ ਜ਼ਿਆਦਾ ਮਿੱਠੀ ਪਾਈ ਜਾਂਦੀ ਹੈ, ਠੀਕ ਹੈ। ਨੌਨ ਵੈਜ ਖਾਣ ਵਾਲਿਆਂ ਨੂੰ ਸਾਰਿਆਂ ਨੂੰ ਖਮੀਰੀ ਰੋਟੀ ਬਾਰੇ ਪਤਾ ਹੋਊਗਾ, ਠੀਕ ਹੈ। ਤਾਂ ਜਿਹੜਾ ਖਮੀਰੀ ਰੋਟੀ ਹੈਗੀ ਆ ਉਹ ਵੀ ਆਪਣੀ ਮਿਠਾਸ 'ਚ ਪਾਈ ਜਾਂਦੀ ਹੈ, ਉਹ ਕਾਹਦੇ ਕਰਕੇ, ਉਹਨਾਂ ਵੀ ਯੀਸਟ ਵਿੱਚ ਸਟੋਰ ਹੋ ਜਾਂਦਾ ਹੈ। ਯੀਸਟ ਵਿੱਚ ਕਾਹਦੇ ਜਿਹੜਾ ਆਪਣਾ ਫੂਡ ਹੈਗਾ ਕਾਹਦੇ ਸਟੋਰ ਹੁੰਦਾ, ਗਲਾਈਕੋਜਨ ਦੇ ਫਾਰਮ 'ਚ। ਤੇ ਆਪਣੇ ਵਿੱਚ ਵੀ ਜਿਹੜਾ ਐਕਸੈਸਿਵ ਗਲੂਕੋਜ਼ ਹੈਗਾ ਉਹ ਜਾ ਕੇ ਗਲਾਈਕੋਜਨ ਬਣਾ ਲੈਂਦਾ, ਤੇ ਗਲਾਈਕੋਜਨ ਜਾ ਕੇ ਲਿਵਰ 'ਚ ਜਾ ਕੇ ਸਟੋਰ ਹੋ ਜਾਂਦਾ, ਠੀਕ ਹੈ ਜੀ। ਤੇ ਲਿਵਰ ਨਾਲ ਆਪਾਂ ਹੋਰ ਵੀ ਚੀਜ਼ਾਂ ਯਾਦ ਰੱਖਣੀਆਂ ਹੈਗੀਆਂ, ਕਿਹੜੀਆਂ ਚੀਜ਼ਾਂ ਯਾਦ ਰੱਖਣੀਆਂ, ਸਭ ਤੋਂ ਵੱਡੀ ਜਿਹੜੀ ਗ੍ਰੰਥੀ ਪਾਈ ਜਾਂਦੀ ਆ ਉਹ ਕਿਹੜੀ ਪਾਈ ਜਾਂਦੀ, ਲਿਵਰ ਪਾਈ ਜਾਂਦੀ ਆ। ਤੇ ਇਹਦੇ ਵਿੱਚ ਕੀ ਆ ਕਿ ਜਿਹੜਾ ਜੂਸ ਹੈਗਾ ਉਹਨੂੰ ਕੀ ਕਹਿੰਦੇ ਆ ਆਪਾਂ, ਜਿਹੜਾ ਜੂਸ ਬਣਦਾ ਹੈਗਾ ਉਹਨੂੰ ਕਹਿੰਦੇ ਆ ਬਾਇਲ ਜੂਸ ਕਹਿੰਦੇ ਆ। ਤੇ ਇਹ ਜਾ ਕੇ ਗੋਲ ਬਲੈਡਰ 'ਚ ਜਾ ਕੇ ਸੇਵ ਹੋ ਜਾਂਦਾ ਹੈ। ਤੇ ਜੇਕਰ ਇਹਦਾ ਕਈ ਵਾਰੀ ਕਲਰ ਵੀ ਪੁੱਛਿਆ ਜਾਂਦਾ ਕਿ ਲਿਵਰ ਵਿੱਚ ਜਿਹੜਾ ਜੂਸ ਹੈਗਾ ਉਹਦਾ ਕਲਰ ਕੀ ਆ ਨਾ, ਤੁਸੀਂ ਉਹਨੂੰ ਕਹੋਗੇ ਯੈਲੋਇਸ਼ ਗ੍ਰੀਨ ਕਲਰ ਪਾਇਆ ਜਾਂਦਾ। ਕਿਹੜਾ ਪਾਇਆ ਜਾਂਦਾ ਜੀ ਸਰਕਾਰ, ਯੈਲੋਇਸ਼ ਗ੍ਰੀਨ ਕਲਰ ਪਾਇਆ ਜਾਂਦਾ। ਚਲੋ ਆਹ ਸਾਰੀ ਚੀਜ਼ਾਂ ਕਲੀਅਰ ਹੋ ਗਈਆਂ। ਫਿਰ ਆਪਾਂ ਅੱਗੇ ਚੱਲਦੇ ਹਾਂ, ਸੈਲਿਊਲੋਸ ਦੀ ਗੱਲ ਕਰਦੇ ਹਾਂ। ਸੈਲਿਊਲੋਸ ਠੀਕ ਹੈ ਜੀ। ਸੈਲਿਊਲੋਸ ਕੀ ਹੁੰਦਾ, ਸਭ ਤੋਂ ਅਬੰਡੈਂਟ ਕਾਰਬੋਹਾਈਡਰੇਟ ਹੈ, ਸਭ ਤੋਂ ਅਬੰਡੈਂਟ ਕਾਰਬੋਹਾਈਡਰੇਟ ਇਨ ਨੇਚਰ, ਠੀਕ ਹੈ। ਕੁਦਰਤ ਵਿੱਚ ਸਭ ਤੋਂ ਜ਼ਿਆਦਾ ਭਰਪੂਰ ਕਾਰਬੋਹਾਈਡਰੇਟ ਕਿਹੜਾ ਪਾਇਆ ਜਾਂਦਾ, ਹਾਂਜੀ ਸਰਕਾਰ ਸੈਲਿਊਲੋਸ ਪਾਇਆ ਜਾਂਦਾ। ਕਿਹੜਾ ਪਾਇਆ ਜਾਂਦਾ, ਸੈਲਿਊਲੋਸ ਪਾਇਆ ਜਾਂਦਾ ਹੈ। ਅੱਛਾ, ਇਹਦੇ ਵਿੱਚ ਇੱਕ ਗੱਲ ਹੋਰ ਯਾਦ ਰੱਖੋ, ਇਟ ਫਾਰਮ ਦਾ ਸੈੱਲ ਵਾਲ ਇਨ ਦਾ ਪਲਾਂਟਸ, ਠੀਕ ਹੈ। ਜੇਕਰ ਪੌਦਿਆਂ ਦੀ ਗੱਲ ਕਰਦੇ ਹਾਂ, ਇਹ ਕੀ ਬਣਾਉਂਦਾ, ਸੈੱਲ ਵਾਲ ਬਣਾਉਂਦਾ, ਠੀਕ ਹੈ, ਸੈੱਲ ਵਾਲ ਬਣਾਉਂਦਾ। ਹੁਣ ਮੈਂ ਧਿਆਨ ਨਾਲ ਦੇਖਿਓ ਇੱਥੇ, ਧਿਆਨ ਨਾਲ, ਠੀਕ ਹੈ। ਆਪਣੇ ਪਲਾਂਟਸ ਵਿੱਚ ਕੀ ਆ, ਆਪਣੇ ਪਲਾਂਟਸ ਵਿੱਚ ਸੈੱਲ ਵਾਲ ਪਾਇਆ ਜਾਂਦਾ ਹੈ। ਪਲਾਂਟਸ ਵਿੱਚ ਕਿਹੜੇ ਪਾਇਆ ਜਾਂਦਾ, ਸੈੱਲ ਵਾਲ ਜਾਂ ਸੈੱਲ ਕੰਧ ਪਾਈ ਜਾਂਦੀ ਹੈ, ਠੀਕ ਹੈ, ਸੈੱਲ ਵਾਲ ਪਾਇਆ ਜਾਂਦਾ ਹੈ, ਠੀਕ ਹੈ ਜੀ। ਜੇਕਰ ਐਨੀਮਲਸ ਦੀ ਗੱਲ ਕੀਤੀ ਜਾਵੇ, ਐਨੀਮਲਸ ਦੀ ਗੱਲ ਕਰੀ ਜਾਵੇ, ਐਨੀਮਲਸ ਕੀ ਆ, ਜੇਕਰ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਸੈੱਲ ਵਾਲ ਪ੍ਰੈਜ਼ੈਂਟ ਨਹੀਂ ਹੁੰਦੀ, ਜਾਨਵਰਾਂ ਵਿੱਚ ਸੈੱਲ ਵਾਲ ਪ੍ਰੈਜ਼ੈਂਟ ਨਹੀਂ ਹੁੰਦੀ, ਪ੍ਰੈਜ਼ੈਂਟ ਨਹੀਂ ਹੁੰਦੀ। ਇਹ ਵੀ ਕੁਐਸਚਨ ਕਈ ਵਾਰੀ ਆ ਜਾਂਦਾ ਹੈ, ਨਹੀਂ ਹੁੰਦੀ, ਓਕੇ ਜੀ। ਐਨੀਮਲਸ ਕੀ ਹੈ, ਸੈੱਲ ਵਾਲ ਪ੍ਰੈਜ਼ੈਂਟ ਨਹੀਂ ਹੁੰਦੀ, ਆ ਚੀਜ਼ ਤੁਹਾਡੇ ਮਾਈਂਡ 'ਚ ਕਲੀਅਰ ਹੋਣੀ ਚਾਹੀਦੀ ਹੈ। ਦੂਜੀ ਗੱਲ ਹੈ, ਇਟ ਫਾਰਮਸ ਦ ਰਫੇਜ ਇਨ ਦ ਹਿਊਮਨ ਫੂਡ, ਠੀਕ ਹੈ। ਹੁਣ ਕਈ ਵਾਰੀ ਆਪਣੇ ਘਰ ਵਿੱਚ ਆਟਾ ਹੁੰਦਾ है ना, आटा आप छानते हैं, आटा आप छानते हैं। आटे का रीजन की होंगे कि आटे में जो आप कहने कई बार कहने कि आटा ना छान यार, इदा ही ठीक है, ठीक है। वो चीज़ क्यों कही जाती है, वो पिछे रीजन की है ना, वो पिछे रीजन ये आ सरकार कि जो आप कहने ना आटा ना छानो, ये चाह ना करो, क्योंकि वो की है रफेज होंगे, ठीक है। वो की होंगे रफेज होंगे, तो रफेज वास्ते तुसी कई बार की खीरे खाने हो, है ना, खीरे भी थोड़े रफेज तुहानूं दिंदे आ, है ना। तो जां तुसी सूड़ा होंगे,
है ना। आटे विच जिहड़ा सूड़ा पाया जांदा, कई वारी कई लोग उन्होंने छांदे नहीं इदां ही, है ना। वो की करते प्रोवाइड करते, रफेज प्रोवाइड करता। हुण ये रफेज काम की करता, ध्यान नाल देखियो। कई लोग ईसबगोल दा छिलका लैंदे आ, अपनी जिहड़ियां मातावां ने, दादियां ने, नानियां ने, है ना, ये ज़्यादातर ईसबगोल का छिलका लेना पसंद करती हैं। वो बारे मैं तुहानूं दसदी हूँ। ईसबगोल का जिहड़ा छिलका हुंदा ना, ਉਹਦੇ ਵਿੱਚ ਕੀ ਹੈ, ਰਫੇਜ ਹੁੰਦਾ। ਉਹਦੇ ਵਿੱਚ ਰਫੇਜ ਹੋਇਆ ਜਿਵੇਂ ਹੀ ਵੱਡੀ ਅੰਤੜੀਆਂ 'ਚ ਗਿਆ। ਧਿਆਨ ਨਾਲ ਦੇਖਿਓ, ਈਸਬਗੋਲ ਦਾ ਛਿਲਕਾ ਹੁੰਦਾ ਜਿਵੇਂ ਆਪਣੀ ਵੱਡੀ ਅੰਤੜੀਆਂ 'ਚ ਗਿਆ। ठीक है, जिवें वड्डी अंतड़ियां च गया, ये की करूगा, पानी नूं सोकना स्टार्ट करूगा। ये की करूगा, पानी नूं सोकना स्टार्ट कर दूगा। पानी नूं सोकना स्टार्ट कर दूगा। सोकना, ठीक है जी। पानी नूं जदों ये सोकना स्टार्ट कर दूगा तो मतलब कि हौली हौली जिहड़ा अपना हैगा वेस्ट हैगा, मटीरियल हैगा, वो बहुत जल्दी बाहर आ सकता, बड़े आराम नाल आ सकता। इस करके कई लोग होंदे आ ना, आपां कहने कि भी ईसबगोल दा छिलका ले लो। अच्छा, कब्ज होई जांदी है तैनूं, ईसबगोल दा छिलका ले ला भाई तू, ठीक है। ईसबगोल दा छिलका बड़ा वधिया हैगा। ईसबगोल छिलका विच की हुंदा, रफेज पाया जांदा। रफेज की है, जिवें ही अपने वड्डी अंतड़ियां च जांदा हैगा तां ठीक है, वो की करदा, पानी नूं सोक लैंदा। पानी ही तो चाहिए होंगे, मल नूं बाहर कड्ढण लई की चाहिए होंगे, पानी चाहिए होंगे। तो अपने की है फिर अपना जो वेस्ट है वो जल्दी निकल जाता है ना। फिर इट फॉर्म्स 25 to 30% ऑफ द वुड, जिहड़े अपने हुंदे, जिवें वुड की गल करते, जिवें आपां लक्कड़ की गल करते हैं, 25 to 30% वुड विच किहड़ा पाया जाता, अपना सैल्यूलोस पाया जाता। किहड़ा पाया जाता सरकार, सैल्यूलोस पाया जाता। तो 90% जिहड़ा कॉटन है वो काहदा बनिया हुंदा, सैल्यूलोस दा। हुण कई वारी आपां देखदे ना कि भी जिवें आपां हुण कई वारी इन्हां दी गल करदे, जिवें अपने कॉटन के कपड़िਆਂ की गल करते, यार ये सैल्यूलोस आ, ये सैल्यूलोस आ। वो सैल्यूलोस की कह रहे हैं आप, एक्चुअली आप ये गल कर रहे हैं कि उन्होंने सैल्यूलोस पाया जाता। सैल्यूलोस 90% जो कॉटन में किहड़ी चीज़ पाई जाती है, सैल्यूलोस पाया जाता है। 90% कॉटन च, 25 to 30% अपने जिहड़े अपने लक्कड़ विच की है, सैल्यूलोस पाया जाता। दूजी गल ये, कुदरत में सब तो ज़्यादा कार्बोहाइड्रेट जो पाया जाता कुदरती तौर पर, वो किहड़ा हैगा, सैल्यूलोस हैगा। दूजी गल की है, जिहड़ा प्लांट वॉल हैगी है, जिहड़ी सैल वॉल हैगी है प्लांट्स विच पाई जाती है, वो काहदी हुंदी है, वो सैल्यूलोस की बनी हुंदी है। एनीमल्स विच ये जिहड़ी वॉल प्रेजेंट नहीं हुंदी, ठीक है। अपने एनीमल्स विच की हैगा, अपने सैल मैंबरेन पाई जाती है, सैल मैंबरेन पाई जाती है, अपने सैल वॉल नहीं पाई जाती। दूजी गल की है कि रफेज बनाता है, रफेज विच तुसीं ये चीज़ देखी है कि ईसबगोल का छिलका तुसीं याद रखियो, ठीक है। या तुसीं की आटे का सूड़ा हुंदा ना, आटे का जिहड़ा सूड़ा हैगा, तुसीं कई बारी लोग थोड़ा जिहा सूड़ा जानबूझ के पूरा नहीं कढ़दे, है ना। क्यों नहीं कढ़दे, ताकि वो रफेज प्रोवाइड करे। रफेज की करूगा, बहुत सारा पानी सोकदा है, ठीक है। रफेज अपने शरीर वास्ते वधिया हैगा। हुण बहुत सारे लोग भी खांदे आ, की कहंदे खीरा भी खांदे, वो भी की करदा, रफेज प्रोवाइड करता है। तो बहुत सारा पानी सोकदा रफेज अपने वड्डी अंतड़ियां च जाके, जिहदे करके की है मल बाहर कढ़ना ईजी हो जाता है ना। तो ईसबगोल ना तुसीं याद रखना, सैल्यूलोस वाला। चलो जी, अगे गल करते हैं चाइटिन की, ठीक है। हुण चाइटिन की हैगा, ये सब तो अबंडेंट ऑर्गैनिक सबसटांस है। ऑर्गैनिक सबसटांस मतलब कि जिहदे विच कार्बन की प्रेजेंस हुंदी है, ठीक है जी। जिहदे विच कार्बन की प्रेजेंस हुंदी है, उन्हां नूं की कहंदे आ, ऑर्गैनिक सबसटांस कहंदे आ। उन्हां नूं की कहंदे आ सरकार, ऑर्गैनिक सबसटांस कहा जाता है। फिर उस तो बाद की आ, ये पॉलीमर हुंदा एन एसीटाइल ग्लूकोसमाइन, ठीक है। ग्लूकोसमाइन NAG भी बोलिया जाता है। एक ही बनाता सैल वॉल ऑफ फंजाई बनाता है, ठीक है। हुण जेकर आप सैल वॉल करते हैं, प्लांट्स की गल करते हैं, सैल वॉल जिहड़ा प्लांट्स विच पाया जाता है, ठीक है जी। प्लांट्स विच हुंदा, ये काहदा बनिया हुंदा, सैल्यूलोस का बनिया हुंदा। काहदा बनिया हुंदा सरकार, सैल्यूलोस की बनी हुंदी है, ठीक है जी। ये साइड ते लिखता ताकि तुहानूं याद रहे, ठीक है जी। पर जेकर आप गल करते फंजाई की, ठीक है, फंजल की गल करते हैं या फंगस की गल करते हैं, फंगस विच जिहड़ा सैल वॉल हुंदा, वो काहदा बनिया हुंदा, अपना चिटिन का बनिया हुंदा, ठीक है जी। जिहड़ा कवक कोशिका पीती, ठीक है जी। फिर अपने के इट फॉर्म द एक्सोस्केलेटन ऑफ मैनी इंसैक्ट्स। एक्सोस्केलेटन की हुंदा, हुण तुसीं एक्सोस्केलेटन विच कन्फ्यूज नहीं होना। कई बार की होंगे ना कि जिहड़े बाहरले जिहड़े कंकाल च बने होंगे ना, जिवें जानवर जिहड़े अपने इंसैक्ट्स से, उन्होंने बोलते हैं एक्सोस्केलेटन, जिहड़े बाहरले कंकाल च होंगे, इदां करके जिवें कवर हो गया ना। हुण कई बार तुसीं एक मूवी च देखिया हैगा, जिहड़े स्टंटमैन होंगे, वो प्रॉपर कंकाल वर्गा या कोई चीज़ पाई होंदी है उन्होंने, ठीक है, गोडियां विच उन्होंने थोड़ा जिहा इदां करके गैप होंदा। फिर उस तो बाद अपने कई इत्थे कूणियां दे कोले प्रोटैक्शन वाला होंदा, ठीक है। वो जिहड़ा प्रॉपर अपना जिहड़ा स्ट्रक्चर च जिहड़ा बॉडी दा फॉर्म करदे आ ना, कि हाँ जी ठीक है, ये चीज़ प्रोटैक्शन वास्ते उन्होंने कहंदे एक्सोस्केलेटन बोलते हैं, ठीक है। तो जिहड़े इंसैक्ट्स विच जिहड़ा एक्सोस्केलेटन हैगा, वो काहदा बनिया हुंदा, चिटिन दा बनिया हुंदा। काहदा बनिया हुंदा, चिटिन दा। हुण क्वेश्चन किद्दां होगा, सब तो अबंडेंट कुदरती तौर पर जिहड़ा सब तो ज़्यादा ऑर्गैनिक सबसटांस किहड़ा पाया जाता, तुसीं कहोगे चिटिन, ठीक है, कार्बोहाइड्रेट, ठीक है। फिर आप गल करते पॉलीमर, ये थोड़ा जिहा एडवांस लैवल हो गया, तुसीं नहीं भी याद रखोगे तो चलूगा, ठीक है।
ਹੁਣ ਜਿਹੜਾ ਸੈੱਲ ਵਾਲ ਹੁੰਦਾ प्लांट्स ਦਾ, ਜਿਹੜਾ प्लांट्स ਦਾ ਸੈੱਲ ਵਾਲ ਹੈਗਾ ਉਹ ਕਾਹਦਾ ਬਣਿਆ ਹੈਗਾ, चिटिन ਦਾ ਬਣਿਆ ਹੈਗਾ। दूजी गल ये चीज़ याद रखनी है, ਜਿਹੜਾ इंसैक्ट्स ਦਾ एक्सोस्केलेटन ਹੁੰਦਾ, ਜਿਹੜਾ बाहर वाला ढांचा ਹੁੰਦਾ है ना, ਜਿਹੜਾ इंसैक्ट्स ਦਾ बाहर वाला ढांचा ਹੁੰਦਾ ਉਹਨੂੰ ਕਹਿੰਦੇ ਆ एक्सोस्केलेटन है ना। एक्सोस्केलेटन ਜਿਹੜਾ इंसैक्ट्स ਵਿੱਚ ਕਾਹਦਾ ਬਣਿਆ ਹੁੰਦਾ, चिटिन ਦਾ ਬਣਿਆ ਹੁੰਦਾ। ਚਲੋ चिटिन वाले आ सारे पॉइंट्स ਤੁਹਾਡੇ माइंड 'ਚ क्लीयर होने चाहिए। ठीक है जी, ਤੁਹਾਨੂੰ ਸਾਰੀਆਂ ਚੀਜ਼ਾਂ ਐਕਸਪਲੇਨ ਕਰਤੀਆਂ, ਤੁਹਾਨੂੰ ਕੋਈ ਵੀ ਚੀਜ਼ ਦੀ ਡਾਊਟ ਨਹੀਂ ਰਹਿਣਾ ਚਾਹੀਦਾ। ਫਿਰ ਵੀ ਤੁਹਾਡੇ ਮਾਈਂਡ 'ਚ ਕੋਈ ਡਾਊਟ ਰਹਿ ਜਾਂਦਾ, ਤੁਸੀਂ ਆਪਦੇ ਕਮੈਂਟਸ ਵਿੱਚ ਤੁਸੀਂ ਉਹਨੂੰ ਦੱਸ ਸਕਦੇ ਹੋ। ਠੀਕ ਹੈ ਜੀ, ਫਿਰ ਆਪਾਂ ਗੱਲ ਕਰਦੇ ਹਾਂ ਹੁਣ ਹੈਟਰੋ ਪੋਲੀਸੈਚਰਾਈਡਸ ਦੀ ਗੱਲ ਕਰਦੇ ਹਾਂ। ਇੱਕ ਤਾਂ ਆਪਾਂ ਗੱਲ ਕਰਤੀ ਸੀ ਹੋਮੋ ਦੀ, ਇੱਕ ਹੁੰਦੇ ਆ ਹੈਟਰੋ ਪੋਲੀਸੈਚਰਾਈਡਸ। ਹੈਟਰੋ ਪੋਲੀਸੈਚਰਾਈਡਸ ਦੀ ਗੱਲ ਕਰਦੇ ਹਾਂ। ठीक है जी, ਹੁਣ ਆਪਣੇ ਕੋਲ ਹੁੰਦਾ ਹਾਈਡਰੋਲੋਨਿਕ ਐਸਿਡ। ਠੀਕ ਹੈ, ਹੁਣ ਤੁਸੀਂ ਕਈ ਵਾਰੀ ਤੁਸੀਂ ਬਹੁਤ ਸਾਰੀ ਮਸ਼ਹੂਰੀਆਂ ਦੇਖਦੇ ਹੋ, ਮਸ਼ਹੂਰੀਆਂ ਵਿੱਚ ਤੁਹਾਨੂੰ ਕਹਿੰਦੇ ਹਾਈਡਰੋਲੋਨਿਕ ਐਸਿਡ ਲਗਾਓ। ਠੀਕ ਹੈ, ਆਹ ਕਰੋ ਹੈ ਨਾ। ਹਾਈਡਰੋਲੋਨਿਕ ਐਸਿਡ ਹੈ ਕੀ ਉੱਥੇ ਐਕਚੁਅਲ 'ਚ ਕੀ ਹੁੰਦਾ? ਹਾਈਡਰੋਲੋਨਿਕ ਐਸਿਡ ਕੁਝ ਨਹੀਂ ਹੈਗਾ, ਆਪਣੀ ਸਕਿਨ ਵਿੱਚ ਆਪਾਂ ਨੂੰ ਐਬਜ਼ੌਰਬ ਕਰਨ 'ਚ ਮਦਦ ਕਰਦਾ ਹੈਗਾ। ਠੀਕ ਹੈ, ਤਾਂ ਆ ਜਿਹੜਾ ਹਾਈਡਰੋਲੋਨਿਕ ਐਸਿਡ ਹੈਗਾ ਇਹ ਵਿਟਰਸ ਹਿਊਮਰ 'ਚ ਪਾਇਆ ਜਾਂਦਾ, ਅੰਬੀਕਲ ਕੌਰਡ ਵਿੱਚ ਪਾਇਆ ਜਾਂਦਾ। ਅੰਬੀਕਲ ਕੌਰਡ ਵਿੱਚ ਮਤਲਬ ਕਿ ਜਿਹੜਾ ਗਰਭ ਨਾਲ ਜੋੜ ਹੈਗਾ ਉਹਦੇ 'ਚ ਪਾਇਆ ਜਾਂਦਾ। ਤੇ ਦੂਜੀ ਗੱਲ ਕੀ ਹੈ, ਸੰਯੋਜੀ ਟਿਸ਼ੂ ਵੀ ਹੈ ਨਾ। ठीक है, एक कनैक्टिव टिशू भी पाया जाता, ये चीज़ याद रखनी। हुण हैपरिन की हुंदा, हुण आपां की कहने जिवें आपां ब्लड क्लॉटिंग या जिहड़े अपने की आ खून दा जमा करन वाले फैक्टर देखे सी, जिवें अपने कोई कट लग जाता है, जिवें हल्का जिहा कोई कट लग्या नाल दी नाल अपना खून दा उत्थे जमा स्टार्ट हो जाता है ना, नाल दी नाल खून दा जमा स्टार्ट हो जाता। आपां ये भी चीज़ देखी सीगी, पर वो काहदे करके हुंदा सीगा, वो काहदे करके हुंदा सीगा, वो हुंदा सी अपने जिहड़े रक्त दे जिहड़े खून दे जिहड़े जमा करन वाले फैक्टर्स हुंदे उन्हां करके हुंदा। उवें अपने अंदर वाली साइड खून दा जमा ना होवे उहदे करके की हुंदा, हैपरिन पाया जाता है। की पाया जाता है? हैपरिन पाया जाता है। इनू की कहते हैं एंटीकोगुलेंट इन द ब्लड। ठीक है, ये एंटीकोगुलेंट मतलब कि खून का जमा नहीं बनाउण दिंदा, खून का जिहड़ा अंदर जमा ना होवे उहदे करके आपां हैपरिन यूज़ करते हैं। की यूज़ कर इहदे विच की हुंदा, हैपरिन हुंदा है। ठीक है जी, ये चीज़ याद होगी। फिर आप गल करते हैं नैक्सट ते आ गए हुण आर्टिफिशियल शुगर्स की गल करते हैं। हुण बहुत सारे लोगों को की हुंदा कि भी कोक पीने की आदत होंगी है या बहुत सारिया होर चीज़ां खाण पीन की आदत होंगी है। ठीक है जी, तो एक चीज़ याद रखियो, आर्टिफिशियल शुगर में अपने को एस्पर्टामी पाया जाता, सैचुरीन होंदा या सुक्रालोज होंदा है। ठीक है, एस्पर्टामी होंदा, एस्पर्टामी हो गया, सैचुरीन हो गया या सुक्रालोज हो गया। ठीक है, तिन्हों के नाम याद रख लियो, ये तिन्ने बहुत ही ज़्यादा इंपॉर्टेंट है, सीधा एग्जाम च बहुत बारी आए हुए हैं। ठीक है, ये तिन्ने बहुत ज़्यादा इंपॉर्टेंट है, आर्टिफिशियल शुगर के बेसिस पे तुहानूं बहुत ज़्यादा इंपॉर्टेंट है। इन्हों के नाम याद रख लूँगी, काम चल जूगा, कोई बहुत वड्डी गल नहीं हैगी। ठीक है जी, फिर आपां हुण आर्टिफिशियल शुगर की गल कर ली, फिर अमाउंट कितनी रिक्वायर्ड होंगी है दी। ठीक है, जेकर आप कार्बोहाइड्रेट्स की गल करिए तो कार्बोहाइड्रेट नॉर्मली जिहड़े जिम लोग जाते हैं उन्होंने बहुत सारे लोग ये कहते हैं कि यार तू एक रोटी खा लिया कर, ठीक है, या 2 रोटियां खा लो करो, इन्नी बहुत है। क्योंकि एक्चुअली की अपन एक या 2 रोटी में भी बहुत सफिशिएंट कार्बोहाइड्रेट मिल जाता है ना। तो अमाउंट कितना रिक्वायर्ड होंदा अपने को 350 ग्राम पर डे अपन अमाउंट रिक्वायर्ड है। प्रतिदिन अपन कितना चाहिए है, इन्ना कार्बोहाइड्रेट्स चाहिए है। हुण आपां हल्की जी रिवीजन कर लीए जिहड़ी चीज़ आप ऑलरेडी कर चुके हैं, ताकि अपने माइंड क्लीयर हो कि आप पढ़िया की सीगा। ठीक है जी, तो जिन्होंने टैलीग्राम चैनल नहीं ज्वाइन किया तुसी प्लीज़ आपका टैलीग्राम चैनल जरूर ज्वाइन कर लियो, क्योंकि तुसीं जिस टैलीग्राम चैनल ज्वाइन नहीं किया तुहानूं कोई भी अपडेट्स नहीं मिलने वाले किसी भी तरह के। चलो हुण गल करते कार्बोहाइड्रेट्स। कार्बोहाइड्रेट्स आप ये चीज़ की थी कि एल्डिहाइड या कीटोन से बने होंगे, थोड़े रसायन में आप कैमिस्ट्री में चले गए थे। फिर की इन्हों कई बार आप शुगर भी कहने, मिठास भी कहने, मिठे भी कहने कई बार। ठीक है जी, इन्हों की कहने आप शुगर कहने, ठीक है, या शक्कर कहने, क्योंकि ये की होंगे स्वीट होंगे आ। दूजी गल की है ये कादे नाल कनैक्टेड होंगे आ, ये ग्लाइकोसिडिक बॉन्ड नाल कनैक्टेड होंगे आ, जिवें अपने आप सैल दे बने आ। ठीक है जी, अपने सैल तो उत्तक बने आ। इन्हां विच की आ कि ये सैचुराइड से बने होंगे, सैचुराइड्स एक दूजे नाल एक प्यार के बंधन विच बंधे होंगे आ, उन्होंने कहते हैं ग्लाइकोसिडिक बॉन्ड कहते हैं। ठीक है, आ सारी चीज़ रिवीजन कर ली। फिर आप नैक्सट ही पहुंचे सी अपने को कार्बोहाइड्रेट्स मोनोसैचराइड जिहदे एक कला है सधारण है, सब तो सिंपल तो सधारण ही पाया जाता है। ठीक है, सब तो सिंपल तो सधारण ही होंदा, सब तो सिंपल ते सधारण है ना। ओलीगो विच की हुंदा 2 तो लैके 9 तक सैचराइड्स पाए जाते हैं, पॉली विच किन्ने हुंदे 10 पाए जाते हैं। फिर आप इन्हां चीज़ां बारे गल कर चुके सीगे। फिर आप गल आ गई सी मोनोसैचराइड से। ठीक है, मोनोसैचराइड्स किहड़े है सब तो सिंपलेस्ट होंगे, सब तो सधारण पाए जाते हैं। इन्हां च एल्डोज ते कीटोन दोनों पाए जाते हैं। ठीक है जी, हुण आप कार्बन की गल की सी, कार्बन के जिहड़े 2 बॉन्ड बनते ऑक्सीजन नाल। ठीक है, फिर 2 एक हाइड्रोजन आ गया तो वह एल्डिहाइड बन जूगा। ठीक है, जेकर हाइड्रोजन नहीं आया दोनों जगह खाली ने, फिर अपने को की बजूगा कीटोन बन जूगा। ठीक है जी, जो आ दोनों सारी चीज़ां कर लिया सी आपां, फिर आप नैक्सट ते पहुंचे सी ग्लिसर एल्डिहाइड। ग्लिसर एल्डिहाइड मतलब की हुंदा कि अपना सब तो सिंपलेस्ट एल्डिहाइड हुंदा है,
ਗਲੂਕੋਜ਼ ਨੂੰ ਆਪਾਂ ਕੀ ਕਹਿੰਦੇ ਸੀ, ਗਲੂਕੋਜ਼ ਨੂੰ ਆਪਾਂ ਡੈਕਸਟਰੋਜ਼ ਵੀ ਕਹਿੰਦੇ ਆ। ਆਪਣੇ ਕੀ ਹੁੰਦਾ, ਇੰਸਟੈਂਟ ਐਨਰਜੀ ਦੇਣਾ। ਇੰਸਟੈਂਟ ਐਨਰਜੀ ਮਤਲਬ ਕੀ ਆ, ਉਸੇ ਟਾਈਮ ਤੇ ਐਨਰਜੀ ਮਿਲ ਜਾਂਦੀ ਆ। ਕੀ ਹੁੰਦਾ ਨਾ ਕਿ ਪਾਣੀ ਵਿੱਚ ਗਲੂਕੋਜ਼ ਮਿਕਸ ਕਰਕੇ ਆਪਾਂ ਨੂੰ ਦੇਣ ਦੇ ਨਾਲ ਦੀ ਨਾਲ ਆਪਾਂ ਨੂੰ ਐਨਰਜੀ ਮਿਲ ਜਾਂਦੀ ਆ। ਉਹ ਕਾਹਦੇ ਕਰਕੇ ਹੁੰਦਾ, ਗਲੂਕੋਜ਼ ਕਰਕੇ ਹੁੰਦਾ, ਕਿਉਂਕਿ ਆਪਣਾ ਮੇਨ ਸਬਸਟ੍ਰੇਟ ਹੁੰਦਾ ਹੈ ਸੈਲਸ ਵਿੱਚ। ਠੀਕ ਹੈ, ਸਬਸਟ੍ਰੇਟ ਦਾ ਮਤਲਬ ਹੈਗਾ ਇਹ ਇੱਕ ਲੇਅਰ ਬਣਾਉਂਦਾ ਹੈ। ਠੀਕ ਹੈ, ਇਹਦੇ ਉੱਤੇ ਜਾ ਕੇ ਆਕਸੀਜਨ ਆਪਦਾ ਐਕਟ ਕਰਦਾ ਹੈਗਾ। ਆਕਸੀਜਨ ਐਕਟ ਕਰਾ ਤਾਂ ਮਤਲਬ ਕੀ ਆ, ਤੁਹਾਡਾ ਜਲਦੀ ਜਲਦੀ ਤੁਹਾਨੂੰ ਐਨਰਜੀ ਮਿਲੂਗੀ, ਹੈ ਨਾ। ਇਹਨੂੰ ਡੈਕਸਟਰੋਜ਼ ਵੀ ਕਹਿੰਦੇ ਆ। ਦੂਜੀ ਗੱਲ ਕੀ ਹੈ, ਇਹ ਗ੍ਰੇਪਸ ਜਾਂ ਆਪਣੇ ਗ੍ਰੇਪਸ ਵਿੱਚ ਪਾਇਆ ਜਾਂਦਾ, ਅੰਗੂਰਾਂ 'ਚ ਪਾਇਆ ਜਾਂਦਾ, ਤਾਂ ਕਰਕੇ ਇਹਨੂੰ ਗ੍ਰੇਪ ਸ਼ੂਗਰ ਵੀ ਕਿਹਾ ਜਾਂਦਾ ਹੈ। ਫਿਰ ਆਪਾਂ ਗੱਲ ਕਰਦੇ ਸੀ ਬਲੱਡ ਸ਼ੂਗਰ ਦੀ ਜਾਂ ਕੌਰਨ ਸ਼ੂਗਰ ਵੀ ਕਾਹਦੇ ਕਰਕੇ ਮਿੱਠੀ ਹੁੰਦੀ ਆ। ਠੀਕ ਹੈ, ਇਹ ਕਾਹਦੇ ਕਰਕੇ ਹੁੰਦੀ, ਗਲੂਕੋਜ਼, ਕਿਉਂਕਿ ਗਲੂਕੋਜ਼ ਪਾਇਆ ਜਾਂਦਾ, ਤਾਂ ਕਰਕੇ ਇਹਨੂੰ ਬਲੱਡ ਸ਼ੂਗਰ ਵੀ ਕਹਿੰਦੇ ਆ। ਅਤੇ ਇਹਨੂੰ ਆਪਾਂ ਕਹਿੰਦੇ ਕੌਰਨ ਸ਼ੂਗਰ ਵੀ ਕਹਿੰਦੇ ਆ। ਮੱਕੀ ਵਿੱਚ ਜਿਹੜਾ ਸ਼ੂਗਰ ਪਾਈ ਜਾਂਦੀ ਹੈ, ਮੱਕੀ ਵਿੱਚ ਥੋੜ੍ਹੀ ਮਿਠਾਸ ਪਾਈ ਜਾਂਦੀ ਹੈ। ਫਿਰ ਰਾਈਬੋਜ਼ ਹੈਗਾ, ਰਾਈਬੋਜ਼ ਕਾਹਦੇ 'ਚ ਪਾਇਆ ਜਾਂਦਾ, RNA 'ਚ ਪਾਇਆ ਜਾਂਦਾ। ਠੀਕ ਹੈ, ਡੀਆਕਸੀ ਰਾਈਬੋਜ਼ ਕਾਹਦੇ 'ਚ ਪਾਇਆ ਜਾਂਦਾ, DNA 'ਚ ਪਾਇਆ ਜਾਂਦਾ। ਫਿਰ ਆਪਾਂ ਗੱਲ ਕੀਤੀ ਸੀ ਡਾਈਸੈਚਰਾਈਡਸ ਦੀ। ਡਾਈਸੈਚਰਾਈਡਸ ਮਤਲਬ ਕੀ ਆ, ਜਿਨ੍ਹਾਂ ਵਿੱਚ 2 ਮੋਨੋਸੈਚਰਾਈਡਸ ਪਾਏ ਜਾਣ। ਫਿਰ ਆਪਾਂ ਗੱਲ ਕੀਤੀ ਸੀ ਸਮੋਲੈਸਟ ਤੇ ਕਾਮਨੈਸਟ, ਸਭ ਤੋਂ ਛੋਟਾ ਤੇ ਆਮ ਜਿਹੜਾ ਓਲੀਗੋਸੈਚਰਾਈਡ ਹੁੰਦਾ, ਇਹ ਕਿਹੜਾ ਹੈਗਾ, ਡਾਈਸੈਚਰਾਈਡ। ਡਾਈ ਮਤਲਬ ਜਿਹਦੇ ਵਿੱਚ 2 ਪਾਏ ਜਾਣ, ਸਭ ਤੋਂ ਸਿੰਪਲੈਸਟ। ਫਿਰ ਇਹਦੇ ਵਿੱਚ ਆਪਾਂ 4 ਕੀਤੇ ਸੀਗੇ, ਮਾਲਟੋਜ਼ ਕੀਤਾ ਸੀ, ਸੁਕਰੋਜ਼ ਕੀਤਾ ਸੀਗਾ, ਲੈਕਟੋਜ਼ ਕੀਤਾ ਸੀ, ਟ੍ਰੈਲੋਜ਼ ਕੀਤਾ ਸੀਗਾ, ਹੈ ਨਾ। ਫਿਰ ਆਪਾਂ ਗੱਲ ਕਰਦੇ ਨੈਕਸਟ ਤੇ ਆਪਣੇ ਕੋਲੇ ਕੀ ਹੁੰਦਾ, ਸ਼ੂਗਰ ਕੇਨ ਤੋਂ ਜਿਹੜਾ ਆਪਣੀ ਸ਼ੂਗਰ ਵਿੱਚ ਆਪਣੀ ਜਿਹੜੀ ਮਿਠਾਸ ਪਾਈ ਜਾਂਦੀ ਹੈ, ਉਹ ਕਾਹਦੇ ਕਰਕੇ, ਕਿਹੜੇ ਕਾਰਬੋਹਾਈਡਰੇਟ ਕਰਕੇ ਹੁੰਦੀ ਹੈ, ਸੁਕਰੋਜ਼ ਕਰਕੇ ਹੁੰਦੀ ਆ। ਇਹਨੂੰ ਕੀ ਕਹਿੰਦੇ, ਸ਼ੂਗਰ ਕੇਨ ਵੀ ਕਹਿੰਦੇ ਆ। ਇਹ ਸ਼ੂਗਰ ਕੇਨ ਤੋਂ ਮਿਲੀ ਹੁੰਦੀ ਆ ਆਪਾਂ ਨੂੰ, ਇਹਨੂੰ ਕੇਨ ਸ਼ੂਗਰ ਵੀ ਕਹਿੰਦੇ, ਇਹਨੂੰ ਟੇਬਲ ਸ਼ੂਗਰ ਵੀ ਕਿਹਾ ਜਾਂਦਾ ਹੈ ਨਾ। ਫਿਰ ਇਹ ਕੀ ਹੈ, ਗਲੂਕੋਜ਼ ਤੇ ਫਰਕਟੋਜ਼ ਦਾ ਬਣਿਆ ਹੁੰਦਾ, ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਇਹ ਡਾਈਸੈਚਰਾਈਡਸ ਦਾ ਮਤਲਬ ਕੀ ਹੈ, 2 ਚੀਜ਼ਾਂ ਦੀ ਬਣੀ ਹੋਗੀ, 2 ਸੈਚਰਾਈਡ ਦੇ ਬਣੇ ਹੋਣਗੇ। ਕਿਹੜੇ ਕਿਹੜੇ 2 ਸੈਚਰਾਈਡਸ ਹੈ, ਇੱਕ ਗਲੂਕੋਜ਼ ਹੋ ਗਿਆ, ਇੱਕ ਫਰਕਟੋਜ਼ ਹੋ ਗਿਆ। ਠੀਕ ਹੈ ਜੀ, ਇਹਨਾਂ ਚੀਜ਼ਾਂ ਬਾਰੇ ਆਪਾਂ ਗੱਲ ਕਰ ਚੁੱਕੇ ਸੀਗੇ। ਫਿਰ ਆਪਾਂ ਗੱਲ ਕੀਤੀ ਲੈਕਟੋਜ਼ ਦੀ। ਲੈਕਟੋਜ਼ ਕੀ ਹੈ, ਸਭ ਤੋਂ ਘੱਟ ਮਿੱਠਾ ਹੁੰਦਾ, ਪਰ ਆਪਾਂ ਨੂੰ ਆਏ ਹੁੰਦਾ ਕਿ ਦੁੱਧ ਵਿੱਚ ਕੁਛ ਨਾ ਕੁਛ ਤਾਂ ਮਿੱਠਾ ਪਾਇਆ ਗਿਆ ਹੈ ਨਾ, ਹਲਕਾ ਜਿਹਾ ਕੁਛ ਨਾ ਕੁਛ ਮਿੱਠਾ ਹੁੰਦਾ, ਤਾਂ ਇਹਨੂੰ ਕੀ ਕਹਿੰਦੇ, ਮਿਲਕ ਸ਼ੂਗਰ ਵੀ ਕਹਿੰਦੇ, ਦੁੱਧ ਵਾਲੀ ਖੰਡ ਵੀ ਕਹਿੰਦੇ ਆ, ਹੈ ਨਾ। ਠੀਕ ਹੈ ਜੀ, ਤੇ ਦੂਜੀ ਗੱਲ ਕੀ ਆ ਕਿ ਇਹ ਸਭ ਤੋਂ ਘੱਟ ਸਵੀਟੈਸਟ ਹੁੰਦੀ ਹੈ। ਠੀਕ ਹੈ, ਕੁਦਰਤੀ ਤੌਰ 'ਤੇ ਸਭ ਤੋਂ ਘੱਟ ਜਿਹੜਾ ਮਿੱਠਾ ਹੁੰਦਾ ਇਹਨਾਂ ਵਿੱਚ ਹੁੰਦਾ। ਠੀਕ ਹੈ ਜੀ, ਲੈਕਟੋਜ਼ ਸਭ ਤੋਂ ਘੱਟ ਮਿੱਠੀ ਹੈਗੀ ਆ। ਜੇਕਰ ਸ਼ੂਗਰ ਕੇਨ ਦੀ ਗੱਲ ਕਰੀਏ ਤਾਂ ਸ਼ੂਗਰ ਕੇਨ ਤੋਂ ਜਿਹੜੀ ਮਿਠਾਸ ਮਿਲਦੀ ਹੈਗੀ ਉਹ ਜ਼ਿਆਦਾ ਮਿਲਦੀ ਆ ਆਪਾਂ ਨੂੰ, ਹੈ ਨਾ। ਠੀਕ ਹੈ, ਤੇ ਸਭ ਤੋਂ ਜ਼ਿਆਦਾ ਸਵੀਟੈਸਟ ਸ਼ੂਗਰ ਕਿਹੜੀ ਹੁੰਦੀ ਆ, ਸਭ ਤੋਂ ਜ਼ਿਆਦਾ ਸਵੀਟੈਸਟ ਹੁੰਦੀ ਹੈ ਫਰਕਟੋਜ਼। ਠੀਕ ਹੈ ਜੀ, ਫਰਕਟੋਜ਼ ਹੁੰਦੀ ਹੈ ਸਵੀਟੈਸਟ ਸ਼ੂਗਰ, ਸਵੀਟੈਸਟ ਸ਼ੂਗਰ। ਓਕੇ ਜੀ, ਆਹ ਚੀਜ਼ ਕਲੀਅਰ ਹੋ ਗਈ। ਫਿਰ ਇਹ ਕੀ ਹੈ, ਗਲੂਕੋਜ਼ ਤੇ ਗਲੈਕਟੋਜ਼ ਦਾ ਬਣਿਆ ਹੋਇਆ। ਚਲੋ ਅੱਗੇ ਚੱਲਦੇ ਹਾਂ ਆਪਾਂ ਮਾਲਟ ਸ਼ੂਗਰ ਵਿੱਚ। ਹੁਣ ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਬਦਾਮਾਂ ਵਿੱਚ ਕਿਹੜਾ ਕਾਰਬੋਹਾਈਡਰੇਟ ਪਾਇਆ ਜਾਂਦਾ, ਤੁਹਾਨੂੰ ਆਪਸ਼ਨ ਦੇ ਦੇਣਗੇ, ਗਲੈਕਟੋਜ਼ ਹੋ ਗਿਆ, ਗਲੂਕੋਜ਼ ਹੋ ਗਿਆ, ਸੁਕਰੋਜ਼ ਹੋ ਗਿਆ, ਜਾਂ ਹੋਰ ਵੀ ਬਹੁਤ ਸਾਰੇ, ਸੈਲੂਲੋਜ਼ ਹੋ ਗਿਆ, ਸਟਾਰਚ ਹੋ ਗਿਆ, ਕੁਛ ਵੀ ਦੇ ਸਕਦੇ ਆ ਤੁਸੀਂ। ਇਹ 'ਚ ਯਾਦ ਰੱਖਣਾ ਬਦਾਮਾਂ 'ਚ ਕਿਹੜਾ ਪਾਇਆ ਜਾਂਦਾ, ਮਾਲਟੋਜ਼ ਪਾਇਆ ਜਾਂਦਾ। ਮਾਲਟ ਸ਼ੂਗਰ ਵੀ ਕਹਿੰਦੇ, ਗਲੂਕੋਜ਼ ਤੇ ਗਲੂਕੋਜ਼ ਦੀ ਬਣੀ ਹੁੰਦੀ, ਦੋਨੋਂ ਗਲੂਕੋਜ਼ ਦੀ ਹੈ, 2 ਗਲੂਕੋਜ਼ ਬਣਾ ਕੇ ਇੱਕ ਮਾਲਟੋਜ਼ ਬਣਾਉਂਦੇ ਆ। ਫਿਰ ਇਹ ਕੀ ਹੈ, ਜਰਮੀਨੇਟਿੰਗ ਸੀਡ ਜਾਂ ਅੰਕੁਰਿਤ ਬੀਜ ਹੁੰਦੇ ਆ, ਜਿਵੇਂ ਆਪਾਂ ਉਹ ਨਹੀਂ ਹੁੰਦੇ, ਆਪਾਂ ਖਾਂਦੇ ਹੁੰਦੇ ਆ ਜਿਹੜੇ ਬੀਜ ਹੈਗੇ ਆ, ਹੈ ਨਾ। ਨੋਰਮਲੀ ਬਹੁਤ ਸਾਰੀ ਬੀਨਸ ਹੋ ਗਈਆਂ, ਆਪਾਂ ਉਹਨਾਂ ਨੂੰ ਭਿਉਂ ਕੇ ਰੱਖ ਲੈਂਦੇ, ਹੈ ਨਾ। ਉਹਨਾਂ ਵਿੱਚ ਕਾਹਦੇ ਵਿੱਚ ਕੀ ਪਾਇਆ ਜਾਊਗਾ, ਮਾਲਟੋਜ਼ ਪਾਈ ਜਾਊਗੀ, ਥੋੜੇ ਮਿੱਠੇ ਮਿੱਠੇ 'ਚ ਪਾਏ। ਸਪਰਾਊਟਸ ਹੋ ਗਏ, ਸਪਰਾਊਟਸ ਵਿੱਚ ਕਿਹੜੀ ਚੀਜ਼ ਪਾਈ ਜਾਊਗੀ, ਮਾਲਟੋਜ਼ ਪਾਈ ਜਾਊਗੀ। ਟ੍ਰੈਲੋਜ਼ ਕੀ ਹੁੰਦਾ, ਟ੍ਰੈਲੋਜ਼ ਹੀਮੋਲਿੰਫ 'ਚ ਪਾਇਆ ਜਾਂਦਾ। ਹੀਮੋਲਿੰਫ ਆਪਾਂ ਇਨਸੈਕਟਸ ਨੂੰ ਕਦੇ ਤੁਸੀਂ ਮਾਰ ਕੇ ਦੇਖਿਆ ਹੋਊਗਾ, ਤਾਂ ਇਨਸੈਕਟਸ ਵਿੱਚ ਕਦੇ ਵੀ ਖੂਨ ਨਹੀਂ ਪਾਇਆ ਜਾਂਦਾ। ਠੀਕ ਹੈ, ਉਹਨਾਂ ਵਿੱਚ ਖੂਨ ਵਰਗੀ ਕੋਈ ਚੀਜ਼ ਨਹੀਂ ਪਾਈ ਜਾਂਦੀ, ਵਾਈਟ ਚੀਜ਼ ਪਾਈ ਜਾਂਦੀ, ਉਹਨੂੰ ਕਹਿੰਦੇ ਹੀਮੋਲਿੰਫ ਕਿਹਾ ਜਾਂਦਾ। ਹੀਮੋਲਿੰਫ, ਉਹਨਾਂ ਦੀ ਹੀਮੋਲਿੰਫ 'ਚ ਕਿਹੜਾ ਕਾਰਬੋਹਾਈਡਰੇਟ ਪਾਇਆ ਜਾਂਦਾ, ਆਪਣਾ ਟ੍ਰੈਲੋਜ਼ ਪਾਇਆ ਜਾਂਦਾ। ਕਿਹੜਾ ਕਾਰਬੋਹਾਈਡਰੇਟ ਪਾਇਆ ਜਾਂਦਾ, ਟ੍ਰੈਲੋਜ਼ ਪਾਇਆ ਜਾਂਦਾ। ਫਿਰ ਆਪਾਂ ਇਹਨਾਂ ਚੀਜ਼ਾਂ ਬਾਰੇ ਪੂਰਾ ਟੇਬਲ ਕਰ ਚੁੱਕੇ ਸੀਗੇ। ਫਿਰ ਆਪਾਂ ਗੱਲ ਕੀਤੀ ਸੀ ਪੋਲੀਸੈਚਰਾਈਡ ਸੀ, ਜਿਹੜੇ ਹੋਮੋ ਪੋਲੀਸੈਚਰਾਈਡਸ ਹੋ ਗਏ ਤੇ ਇੱਕ ਹੈਟਰੋ ਪੋਲੀਸੈਚਰਾਈਡਸ ਹੋ ਗਏ। ਠੀਕ ਹੈ ਜੀ, ਫਿਰ ਆਪਣੇ ਕੋਲ ਗੱਲ ਕਰਦੇ ਹਾਂ ਸਟਾਰਚ ਦੀ। ਸਟਾਰਚ ਨੂੰ ਆਪਾਂ ਕਿਵੇਂ ਦੇਖਦੇ ਹਾਂ ਕਿ ਸਟਾਰਚ ਪ੍ਰੈਜ਼ੈਂਟ ਹੈ ਜਾਂ ਕਾਰਬੋਹਾਈਡਰੇਟ ਪ੍ਰੈਜ਼ੈਂਟ ਹੈ, ਤਾਂ ਆਪਾਂ ਆਇਓਡੀਨ ਟੈਸਟ ਕਰਦੇ। ਜਦੋਂ ਆਇਓਡੀਨ ਟੈਸਟ ਉਸ ਚੀਜ਼ ਉੱਤੇ, ਪਦਾਰਥ ਉੱਤੇ ਕਰਦੇ ਹਾਂ, ਤਾਂ ਉਹ ਪਦਾਰਥ ਨੀਲਾ ਰੰਗ ਸ਼ੋ ਕਰਦਾ। ਉਹ ਪਦਾਰਥ ਕਿਹੜਾ ਰੰਗ ਸ਼ੋ ਕਰਦਾ, ਨੀਲਾ। ਠੀਕ ਹੈ ਜੀ, ਮੇਨ ਸਟੋਰੇਜ ਆਫ ਦਾ ਪੋਲੀਸੈਚਰਾਈਡ ਆਪਣੇ ਕੀ ਹੈ, ਪਲਾਂਟਸ ਵਿੱਚ ਪਾਇਆ ਜਾਂਦਾ। ਤੇ ਇਹ ਆਪਣਾ ਜਿਹੜਾ ਹਿਊਮਨ ਬੀਂਗਸ ਆਪਾਂ ਕੀ ਕਰਦੇ, ਆਪਾਂ ਪਲਾਂਟਸ ਨੂੰ ਖਾਂਦੇ ਹਾਂ, ਤਾਂ ਸਭ ਤੋਂ ਜ਼ਿਆਦਾ ਆਪਣਾ ਡਾਈਟਰੀ ਸੋਰਸ ਕਿਹੜਾ ਮਿਲਦਾ, ਆਹੀ। ਠੀਕ ਹੈ ਜੀ, ਤੇ ਇਹ ਕਿਹੜੇ 2 ਕੰਪੋਨੈਂਟਸ, ਅਮਾਈਲੋਸ ਤੇ ਅਮਾਈਲੋ ਪੈਕਟਿਨ ਪਾਇਆ ਜਾਂਦਾ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ। ਫਿਰ ਆਪਣੇ ਕੋਲ ਹੁੰਦਾ ਗਲਾਈਕੋਜਨ। ਗਲਾਈਕੋਜਨ ਕੀ ਹੈਗਾ, ਐਨੀਮਲਸ ਵਿੱਚ ਪਾਇਆ ਜਾਂਦਾ। ਐਨੀਮਲ ਸਟਾਰਚ ਹੁੰਦਾ, ਲਿਵਰ 'ਚ ਹੁੰਦਾ। ਠੀਕ ਹੈ ਜੀ, ਲਿਵਰ ਵਿੱਚ ਜਾ ਕੇ ਜਿਹੜਾ ਐਕਸੈਸਿਵ ਗਲੂਕੋਜ਼ ਹੈਗਾ ਉਹ ਜਾ ਕੇ ਉੱਥੇ ਸਟੋਰ ਹੋ ਜਾਂਦਾ। ਸਟੋਰ ਹੋਣ ਦੇ ਕਰਕੇ ਕੀ ਆ ਕਿ ਲਿਵਰ ਵਿੱਚ ਆ ਕੇ ਸਟੋਰ ਹੋ ਜਾਂਦਾ। ਫਿਰ ਆਪਾਂ ਲਿਵਰ ਦੀ ਗੱਲ ਕੀਤੀ ਸੀ, ਲਿਵਰ ਸਭ ਤੋਂ ਵੱਡੀ ਮੇਨ ਗ੍ਰੰਥੀ ਹੈਗੀ ਆ, ਇਹ ਚੀਜ਼ ਪਤਾ। ਤੇ ਜੂਸ ਜਿਹੜਾ ਕੱਢਦਾ ਹੈਗਾ ਇਹਨੂੰ ਕਹਿੰਦੇ ਬਾਇਓ ਜੂਸ ਕਹਿੰਦੇ ਆ, ਤੇ ਇਹ ਆਪਣਾ ਯੈਲੋਇਸ਼ ਗ੍ਰੀਨ ਕਲਰ ਦਾ ਹੁੰਦਾ, ਹੈ ਨਾ। ਫਿਰ ਆਪਣੇ ਕੋਲ ਖਮੀਰੀ ਰੋਟੀ ਹੁੰਦੀ ਹੈ, ਕਵਕ। ਕਵਕ ਜਿਹੜਾ ਫੂਡ ਸਟੋਰ ਕਰਦਾ ਨਾ, ਜਿਹੜਾ ਖਾਣਾ ਸਟੋਰ ਕਰਦਾ, ਉਹ ਕਾਹਦੇ ਫਾਰਮ 'ਚ ਕਰਦਾ, ਗਲਾਈਕੋਜਨ ਦੇ ਫਾਰਮ 'ਚ। ਇਹਦੇ ਕਰਕੇ ਜਿਹੜੀ ਖਮੀਰੀ ਰੋਟੀ ਹੁੰਦੀ ਹੈ ਉਹ ਤੁਸੀਂ ਕਈ ਵਾਰੀ ਦੇਖਿਆ ਹੋਊਗਾ, ਤੁਸੀਂ ਮਿਠਾਸ ਵਿੱਚ ਮਿਲਦੀ ਹੈ ਤੁਹਾਨੂੰ, ਹੈ ਨਾ। ਖਮੀਰੀ ਰੋਟੀ ਜ਼ਿਆਦਾ ਮਿਠਾਸ 'ਚ ਮਿਲਦੀ ਹੈ। ਚਲੋ ਅੱਗੇ ਗੱਲ ਕਰਦੇ ਹਾਂ ਸੈਲੂਲੋਜ਼ ਦੀ। ਸੈਲੂਲੋਜ਼ ਕੀ ਆ ਕਿ ਆਪਣਾ 25 ਤੋਂ 30%
25 ਤੋਂ 30% ਆਪਣਾ ਕਾਹਦੇ 'ਚ ਪਾਇਆ ਜਾਂਦਾ, ਲੱਕੜ 'ਚ ਪਾਇਆ ਜਾਂਦਾ, ਤੇ 90% ਸੈਲੂਲੋਜ਼ ਦਾ ਬਣਿਆ ਹੁੰਦਾ ਆਪਣਾ ਕਾਟਨ। ਠੀਕ ਹੈ ਜੀ। ਫਿਰ ਜਿਹੜਾ ਸੈੱਲ ਵਾਲ ਹੁੰਦਾ, ਜਿਹੜਾ ਆਪਣਾ ਸੈੱਲ ਕੰਧ ਹੁੰਦੀ ਹੈ ਜਿਹੜੀ ਪਲਾਂਟਸ ਵਿੱਚ, ਹੈ ਨਾ, ਆਪਣੇ ਪਲਾਂਟਸ ਕਾਹਦੇ ਬਣੇ, ਉਹ ਵੀ ਸੈਲਸ ਦੇ ਬਣੇ ਆ, ਉਹਨਾਂ ਦੀ ਜਿਹੜੀ ਕੰਧ ਹੁੰਦੀ ਹੈ ਉਹ ਕਾਹਦੀ ਬਣੀ ਹੁੰਦੀ ਆ, ਸੈਲੂਲੋਜ਼ ਦੀ ਬਣੀ ਹੁੰਦੀ ਆ। ਠੀਕ ਹੈ ਜੀ। चलो अगे गल करते चिटन की। चिटन की सब तो मोस्ट अबंडेंट ऑर्गेनिक सबसटांस है। एक आधा ये उपरला थोड़ा उपर लैवल हो गया, नहीं याद रखोगे तो चल जूगा। फिर सैल वॉल ऑफ द फंजाई, ठीक है जी। कवक कोशिका पीतिका की बनी होंगी, ठीक है, ये बनी होंगी चिटन की। इट फॉर्म्स एक्सोस्केल्टन ऑफ मैनी इंसैक्ट्स, ठीक है, जो इंसैक्ट्स होंगे उन्होंने एक्सोस्केल्टन बनाता है चिटन। ठीक है। फिर इस तो बाद आप गल की थी नैक्सट ते आप आ गए थे हाइड्रोलॉनिक एसिड जी। आप गल करते हैं हैट्रो पॉलीसैचराइड की। हाइड्रोलॉनिक एसिड से आप बहुत सारी लॉरियल की मशहूरी देखी हुई है, बहुत सारी चीज़ों की होर मशहूरी देखी हुई है। ठीक है। वो क्या वाइट कलर का एक इदा करके लिक्विड जो होंगे पानी वर्गा। ठीक है। वो कहते हाइड्रोलॉनिक एसिड लगाओ तो स्किन वधिया हो जूगी, तो स्किन बहुत वधिया होगी। तो जी हाइड्रोलॉनिक एसिड है वो क्या पाया जाता है, विट्रस ह्यूमर च पाया जाता है। विट्रस ह्यूमर अपने अखां च पाया जाता है ना। फिर उसके बाद की अंबिकल कॉर्ड या गर्भ नाल जोड़ में पाया जाता है, कनैक्टिव टिश्यू में पाया जाता है। हैपरिन की है, हैपरिन एंटी कोगुलेंट है जो अपने ब्लड में पाया जाता है, जो खून का जमा ब्लड विच नहीं होने दिंदा। ठीक है। अपने खून का ब्लड विच रगा विच भी दौड़ रहा है ना, पर ये खून का उत्थे जमा नहीं होने दिंदा। तो आह वाली सारी चीज़ें तुहानूं पॉलीसैचराइड विच याद रखनी है। फिर आप नैक्सट पहुँच गए थे आर्टिफिशियल शुगर की गल की। आर्टिफिशियल शुगर विच अपने को एस्पार्टम याद रखना, सैक्रीन याद रखना है, अपना की सुक्रालोज याद रखना है। आ तिन्ने दे तिन्ने अपने की आर्टिफिशियल शुगरां दे नाम है। तो इदा करके सीधा सीधा क्वेश्चन पूछा जाऊगा, इन्हां विचों किहड़ा आर्टिफिशियल शुगर है कि नहीं है। बड़े सिंपल सिंपल क्वेश्चन आते, बड़े प्यारे प्यारे क्वेश्चन आते, तो सारी चीज़ां याद होनी चाहिए। इतों तक अपना कार्बोहाइड्रेट का सारा पोर्शन कवर हो चुका है। आप कार्बोहाइड्रेट्स बारे पूरी गल कर चुके हैं। तो जिन्होंने टैलीग्राम चैनल नहीं ज्वाइन किया प्लीज़ डू ज्वाइन द टैलीग्राम चैनल। तो तुसीं आपकी दिवाली किद्दां मना रहे हो जरूर कमेंट्स च दस्सिओ। ठीक है। तो सानू वेट रहेगी। ठीक है। एंड टेक केयर एवरीवन। सत श्री अकाल सारे नूं। तो बहुत ज़्यादा ध्यान रखो प्लीज़, आपके नोट्स बनाना स्टार्ट कर दो, बिकॉज जे तुसीं आपके नोट्स नहीं बनाओगे ना तो कोई काम नहीं होने वाला तुहाडा, है ना। तो कोई भी चीज़ की तैयारी करनी है कि पहला तुहाडे हथियार पूरे होने चाहिए। जो तुसीं जंग लड़न चाहते हो तो भी तुहाडे सारे हथियार पूरे होंदे हैं ना। तो दिवाली ते एक प्रण लै लो। ठीक है जी। प्रण ये लो कि तुसीं इस साल विच तुसीं कोई जॉब लैनी है अगली दिवाली तक। तुसीं जिहड़ी दिवाली जॉब नाल मनानी है ना, तो आ चीज़ तुसीं प्रण लियो एंड आपदी तुसीं तैयारी करनी स्टार्ट कर दो। जे तुहानूं कोई भी चीज़ हैल्प की जरूरत हैगी आ तो तुहाडे रिजल्ट गुरु की टीम तुहाडे नाल हैगी आ। ते तुसीं आपदे दोस्तां विच शेयर करना ना भुल्लिओ, आपदे दोस्तां नूं दसना ना भुल्लिओ। टेक केयर एवरीवन। सत श्री अकाल सारे नूं। तो बहुत बहुत ज़्यादा ध्यान रखियो एंड दिवाली जोरा शोरा नाल मनाओ। ठीक है जी, बट ध्यान नाल। ठीक है जी। टेक केयर।